गुरु नानक पद पंकज बंदना पंकज बंदना सिमरो अंगद दुख कंदना। गुरु अमरदास हृदय नित ध्यान हृदय नित ध्यान। श्री गुरु रामदास गुण गाओ। गुरु अर्जन विघ्नन के नाशक विघ्नन के नाशक। श्री हरि गोविंद सुमत प्रकाशक। श्री हरि राय नमो कर जोरी नमो कर जोरी। श्री हरि कृष्ण मनाए बहोरी। गुरु तेग बहादुर परम कृपाला जी परम कृपाला। श्री गुरु गोविंद सिंह विशाला। तरा पर पुन पुन सीसा पुन पुन सीसा। बार बार जगदीसा। एकंकार सतगुरु तेह प्रसाद सच होए। वाहिगुरु जी की फतेह है। विघ्न विनाशन सोए। वाहिगुरु जी की फतेह फतेह है है। विघ्न विनाशन सोए। दोहरा जह तुरकन को राजत पंता तान कलमा रक्ष करंता। जेठा अवर न्याम को करता भले बुरे को निर्णय धरता। परम सन्मान जोग चवर छत्र तखत दे मालिक हलत पलत दे रखियक बाणी के बोहित नाम दे सोमे ज्ञान स्वरूप हाजरा हजूर शब्द अवतार जुगो जुग अटल सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਅਤਿਅੰਤ ਵੱਡੇ ਭਾਗ ਸਤਿਗੁਰਾਂ ਦੇ ਮੁਕੱਦਸ ਚਰਨਾਂ ਦੇ ਵਿੱਚ ਸ਼ਾਮ ਦੀ ਦੀਵਾਨ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਲੜੀਵਾਰ ਗੁਰ ਇਤਿਹਾਸ ਕਥਾ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ। ਕੱਲ ਦੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਅੰਮ੍ਰਿਤ ਕੇ ਦਾਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਗਰੇ ਦੇ ਵਿੱਚ ਇੱਕ ਬੜੇ ਸੁੰਦਰ ਬਾਗ ਦੇ ਵਿੱਚ ਆਸਣ ਲਾ ਕੇ ਬੈਠੇ ਹੋਏ ਹਨ। ਉੱਥੇ ਮਹਾਰਾਜ ਦੇ ਚਰਨਾਂ ਵਿੱਚ ਜਵਾਹਰ ਸਿੰਘ ਨਾਮੀ ਸਿੱਖ ਜਿਹੜਾ ਹੈ ਉਹ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦਾ ਅਤੇ ਉਹਦੇ ਨਾਲ ਉਹਦੀ ਇੱਕ ਪੁੱਤਰੀ ਜਿਹੜੀ ਬੜੀ ਜਵਾਨ ਸੁਸ਼ੀਲ ਅਤੇ ਸੁੰਦਰ ਸਰੂਪ ਵਾਲੀ ਉਹ ਵੀ ਨਾਲ ਆਈ ਹੈ। ਮਹਾਰਾਜ ਦੇ ਦਰਸ਼ਨ ਦੀਦਾਰ ਕਰਕੇ ਪਿਤਾ ਪੁੱਤਰੀ ਦੋਨੋਂ ਸਾਹਮਣੇ ਸਤਿਗੁਰਾਂ ਦੇ ਬੈਠ ਗਏ ਨੇ। ਉੱਧਰੋਂ ਬਹਾਦਰ ਸ਼ਾਹ ਨੂੰ ਵੀ ਪਤਾ ਲੱਗਿਆ ਕਿ ਮਹਾਰਾਜ ਸਾਹਿਬ ਜੀ ਬਾਗ ਵਿੱਚ ਬੈਠੇ ਨੇ। ਬਹਾਦਰ ਸ਼ਾਹ ਹਜੂਰ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਉਹ ਵੀ ਉੱਥੇ ਆਣ ਕੇ ਬੈਠਦਾ ਏ। ਮਹਾਰਾਜ ਬੜਾ ਆਦਰ ਸਤਿਕਾਰ ਦਿੰਦੇ ਨੇ। ਹਜੂਰ ਦੇ ਨਾਲ ਬਚਨ ਬਿਲਾਸ ਕਰਦਿਆਂ ਕਰਦਿਆਂ ਬਹਾਦਰ ਸ਼ਾਹ ਦੀ ਨਿਗਾਹ ਜਿਹੜੀ ਹੈ ਉਹ ਸਿੱਖ ਦੀ ਜਵਾਨ ਪੁੱਤਰੀ ਵੱਲ ਜਾਂਦੀ ਹੈ। ਜਦੋਂ ਸਿੱਖ ਦੀ ਜਵਾਨ ਪੁੱਤਰੀ ਵੱਲ ਤੱਕਿਆ ਤੇ ਉਹਦੇ ਰੂਪ 'ਤੇ ਲੁਭਾਏਮਾਨ ਹੋ ਕਰਕੇ ਅੰਦਰ ਵਿਸ਼ੇ ਵਿਕਾਰਾਂ ਦੀ ਦੌੜ ਭੱਜ ਹੋਣ ਲੱਗੀ। ਸਤਿਗੁਰੂ ਦੇ ਨਾਲ ਬਚਨ ਬਿਲਾਸ ਕਰਦਾ ਏ।
ਹੋਰਨਾਂ ਖਿਆਲਾਂ ਵਿੱਚ ਪਰਚਾਉਣਾ ਚਾਹੁੰਦਾ, ਪਰ ਮਨ ਹੀ ਮਨ ਵਿੱਚ ਅੰਦਰੇ ਅੰਦਰ ਉਸ ਲੜਕੀ ਵੱਲ, ਉਸ ਬੱਚੀ ਦੇ ਵੱਲ ਤੱਕਦਾ ਪਿਆ ਹੈ। ਬਚਨ ਵਿਲਾਸ ਚਲਦਿਆਂ ਚਲਦਿਆਂ ਉਹਨੇ ਆਪਣੇ ਧਰਮ ਦੀ, ਆਪਣੇ ਕਲਮਾ ਪੜ੍ਹ ਕੇ ਪਰਮਾਤਮਾ ਦੇ ਘਰ ਵਹਿਸ਼ਤ ਦੀ ਪ੍ਰਾਪਤੀ ਦੀ ਗੱਲ ਕੀਤੀ ਕਿ ਕਲਮਾ ਪੜ੍ਹ ਕੇ ਸਾਡਾ ਧਰਮ ਜਿਹੜਾ ਕਹਿੰਦਾ ਹੈ ਕਿ ਵਹਿਸ਼ਤ ਦੀ ਪ੍ਰਾਪਤੀ ਹੋ ਜਾਂਦੀ ਹੈ। ਤੁਹਾਡਾ ਕੀ ਕਹਿਣਾ ਹੈ ਮਹਾਰਾਜ? ਸਤਿਗੁਰੂ ਨੂੰ ਜਵਾਬ ਦਿੰਦੇ ਕਿ ਇਕੱਲੀਆਂ ਕਲਮਾਂ ਪੜ੍ਹਨ ਦੇ ਨਾਲ ਵਹਿਸ਼ਤ ਨਹੀਂ ਮਿਲਦਾ। ਜਿੰਨਾ ਚਿਰ ਅੰਦਰੋਂ ਪ੍ਰੇਮ ਨਹੀਂ ਹੈ, ਅੰਦਰ ਖੋਟ ਹੋਵੇ ਤੇ ਬਾਹਰੀ ਤੌਰ 'ਤੇ ਬੰਦਾ ਕਲਮਾਂ ਪੜ੍ਹਦਾ ਹੋਵੇ, ਉਹ ਰੱਬ ਦੇ ਘਰ ਕਦੇ ਪ੍ਰਵਾਨ ਨਹੀਂ ਹੁੰਦਾ। ਫਿਰ ਮਹਾਰਾਜ ਨੇ ਤੋਸ਼ੇਖਾਨੇ ਵਿੱਚੋਂ ਜਿਹੜਾ ਕੋਸ਼ ਖਜ਼ਾਨੇ ਦਾ ਖਜ਼ਾਨਚੀ ਸੀ ਉਹਨੂੰ ਬੁਲਾ ਕੇ ਕਿਹਾ, ਫਲਾਣੇ ਥਾਂ 'ਤੇ ਇੱਕ ਚਾਂਦੀ ਦਾ ਰੁਪਈਆ ਪਿਆ ਜੀ ਤੇ ਕਲਮਾਂ ਲਿਖੀਆਂ ਹੋਈਆਂ ਨੇ, ਹਿਜਰੀ ਸੰਨ ਲਿਖਿਆ, ਉਹ ਲੈ ਕੇ ਆ ਤੇ ਬਾਜ਼ਾਰ ਵਿੱਚ ਲੈ ਕੇ ਇਹਦੇ ਟਕੇ ਲੈ ਕੇ ਆਉਣਾ ਕਰ। ਉਹ ਬਾਜ਼ਾਰ ਵਿੱਚ ਜਾਂਦਾ ਪਰ ਕੋਈ ਵੀ ਉਸ ਨੂੰ ਲੈਣਾ ਨਹੀਂ ਕਰਦਾ। ਜਿਹਦੇ ਕੋਲ ਜਾਂਦਾ ਹੈ ਉਹ ਮੋੜ ਦਿੰਦਾ ਵੀ ਇਹ ਤਾਂ ਖੋਟਾ ਹੈ। ਉਹਦੇ ਉੱਪਰ ਲਿਖੀਆਂ ਕਲਮਾਂ ਨੂੰ ਨਹੀਂ ਕੋਈ ਪੜ੍ਹਦਾ ਜਾਂ ਹਿਜਰੀ ਸੰਨ ਨੂੰ ਨਹੀਂ ਕਿਸੇ ਨੇ ਪੜ੍ਹਿਆ, ਬਸ ਉਹਦੇ ਅੰਦਰ ਦੀ ਗੱਲ ਨੂੰ ਵੇਖਿਆ ਵੀ ਇਹ ਅਸਲ ਨਹੀਂ ਹੈ, ਇਹ ਖੋਟਾ ਹੈ, ਵਾਪਸ ਕਰ ਦਿੰਦੇ। ਉਹ ਸਿੱਖ ਜਿਹੜਾ ਸੀ ਉਹ ਖਜ਼ਾਨਚੀ ਮਹਾਰਾਜ ਦੇ ਕੋਲ ਆਣ ਕੇ ਕਹਿੰਦਾ ਵੀ ਮਹਾਰਾਜ ਇਹਨੂੰ ਕਿਸੇ ਨੇ ਨਹੀਂ ਲਿਆ, ਸਾਰੇ ਦੁਕਾਨਦਾਰਾਂ ਨੇ ਇਹਨੂੰ ਖੋਟਾ ਕਹਿ ਕੇ ਮੋੜ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਜੀ ਬਹਾਦਰ ਸ਼ਾਹ ਨੂੰ ਇਹ ਉਪਦੇਸ਼ ਪ੍ਰੈਕਟੀਕਲ ਦੇ ਰੂਪ ਵਿੱਚ ਸਮਝਾਉਂਦੇ ਆ ਕਿ ਬਹਾਦਰ ਸ਼ਾਹ ਦੇਖ, ਇਹ ਜਿਹੜਾ ਖੋਟਾ ਪੈਸਾ ਸੀ ਨਾ, ਇਹਦੇ ਉੱਤੇ ਭਾਵੇਂ ਕਲਮਾਂ ਲਿਖੀਆਂ, ਭਾਵੇਂ ਹਿਜਰੀ ਸੰਨ ਲਿਖਿਆ ਹੈ, ਪਰ ਇਹ ਚੱਲਿਆ ਨਹੀਂ, ਇਹਨੂੰ ਕਿਸੇ ਦੁਕਾਨਦਾਰ ਨੇ ਪ੍ਰਵਾਨ ਨਹੀਂ ਕੀਤਾ, ਕਿਉਂਕਿ ਇਹਦੇ ਅੰਦਰ ਦੀ ਖੁਟਿਆਈ ਨੂੰ ਦੇਖਿਆ ਵੀ ਇਹ ਬਾਹਰੀ ਤੌਰ 'ਤੇ ਤਾਂ ਰੁਪਈਆ ਲੱਗਦਾ ਹੈ ਪਰ ਹੈ ਖੋਟਾ। ਜਿਵੇਂ ਆਪਾਂ ਵੀ ਦੇਖਿਆ ਵੀ ਪਹਿਲਾਂ ਖੋਟੇ ਪੈਸੇ ਹੁੰਦੇ ਸੀ, ਖੋਟੇ ਪੈਸੇ ਜਿਹੜੇ ਚੱਲਦੇ ਨਹੀਂ ਹੈ, ਵੇਖਣ ਵਾਸਤੇ ਉਹ ਪੈਸਿਆਂ ਵਰਗੇ ਹੀ ਲੱਗਦੇ ਸਨ ਪਰ ਉਹ ਚੱਲਦੇ ਨਹੀਂ ਸਨ। ਉਹਨਾਂ ਨੂੰ ਹਰੇਕ ਦੁਕਾਨਦਾਰ ਕਹਿੰਦਾ ਵੀ ਇਹ ਖੋਟਾ, ਇਹ ਖੋਟਾ ਨਹੀਂ ਚੱਲਦਾ। ਪਰ ਜਦੋਂ ਗੁਰੂ ਨਜ਼ਰੇ ਇਨਾਇਤ ਕਰਦਾ ਨਾ, ਤੇ ਗੁਰੂ ਨਜ਼ਰੇ ਇਨਾਇਤ ਕਰ ਦੇਵੇ ਤੇ ਸਤਿਗੁਰ ਖੋਟਿਓਂ ਖਰੇ ਕਰੇ। ਸਤਿਗੁਰੂ ਆਪਣੀ ਨਜ਼ਰੇ ਇਨਾਇਤ 'ਚ ਖੋਟਿਆਂ ਨੂੰ ਖਰੇ ਕਰਨ ਦੀ ਸਮਰੱਥਾ ਰੱਖਦਾ ਹੈ, ਅੰਦਰ ਦੇ ਵਿਕਾਰਾਂ ਨੂੰ ਖਤਮ ਕਰਕੇ ਸੱਚ ਦੀ ਦਾਤ ਬਖਸ਼ਿਸ਼ ਕਰ ਦਿੰਦਾ। ਪਰ ਜੇ ਸੱਚ ਦੀ ਦਾਤ ਪ੍ਰਾਪਤ ਕਰਨ ਵਾਲੇ ਹੋਈਏ, ਹੁਣ ਬਹਾਦਰ ਸ਼ਾਹ ਦੇ ਅੰਦਰ ਖੁਟਿਆਈ ਸੀ ਤੇ ਮਹਾਰਾਜ ਕਹਿੰਦੇ ਦੇਖ ਬਹਾਦਰ ਸ਼ਾਹ, ਕਲੀਆਂ ਕਲਮਾਂ ਪੜ੍ਹਨ ਦੇ ਨਾਲ ਰੱਬ ਦੇ ਘਰ, ਅੱਲਾ ਦੇ ਘਰ, ਉਸ ਪਾਕ ਪਵਿੱਤਰ ਦੇ ਘਰ ਕਦੇ ਵਾਸਤੇ ਪ੍ਰਵਾਨ ਨਹੀਂ ਹੋਈਦਾ। ਭਾਵੇਂ ਤੇਰਾ ਰਾਜ ਭਾਗ ਹੈ, ਭਾਵੇਂ ਤੇਰਾ ਦੇਸ਼ ਹੈ, ਤੇਰੇ ਦੇਸ਼ ਵਿੱਚ ਹੀ ਖੋਟਾ ਸਿੱਕਾ ਨਹੀਂ ਚੱਲਦਾ। ਤੇ ਮੰਨ ਲਾ ਵੀ ਜਿਹੜਾ ਦੇਸ਼ ਵਿੱਚ ਖੋਟਾ ਸਿੱਕਾ ਨਹੀਂ ਚੱਲਦਾ ਉਹ ਰੱਬ ਦੇ ਘਰ ਵਿੱਚ ਕਿਵੇਂ ਚੱਲ ਸਕਦਾ ਹੈ। ਇੱਥੋਂ ਤੱਕ ਕੱਲ੍ਹ ਦਾ ਪ੍ਰਸੰਗ ਆਪਾਂ ਨੇ ਸ਼ਰਵਣ ਕੀਤਾ ਹੈ। ਅਗਲੇ ਪ੍ਰਸੰਗ ਦੀ ਰਮਤਾ ਹੋ ਰਹੀ ਹੈ। ਆਓ ਮਨ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਗੁਰੂ ਸਾਹਿਬ ਜੀ ਦੀ ਅਸੀਸ ਲਈਏ ਕਿ ਸਤਿਗੁਰੂ ਕਿਰਪਾ ਕਰੋ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਵਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਪਾਤਸ਼ਾਹ ਜੀ ਆਪ ਸਾਡੇ ਸੀਸ 'ਤੇ ਵਸ ਕੇ ਮਿਹਰ ਭਰਿਆ ਹੱਥ ਰੱਖ ਕੇ ਰਸਨਾ 'ਤੇ ਵਸ ਕੇ ਆਪਣੇ ਪਾਵਨ ਇਤਿਹਾਸ ਦੀ ਕਥਾ ਵਿਚਾਰ ਕਰਾ ਲਿਓ। ਆਓ ਪਿਆਰ ਸਹਿਤ ਫਤਿਹ ਬੁਲਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੋਹਰਾ ਜਹ ਤੁਰਕਨ ਕੋ ਰਾਜਤ ਪੰਤਾ, ਤਹਾਂ ਨ ਕਲਮਾ ਰਛ ਕਰੰਤਾ। ਬਹਾਦਰ ਸ਼ਾਹ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿੰਦੇ ਆ, ਦੇਖ ਬਹਾਦਰ ਸ਼ਾਹ, ਜਿੱਥੇ ਤੁਰਕਾਂ ਦਾ ਰਾਜ ਚੱਲਦਾ ਹੋਵੇ, ਤੁਹਾਡਾ ਰਾਜ ਭਾਗ ਹੈ ਹਿੰਦੁਸਤਾਨ ਦੇ ਵਿੱਚ, ਤੁਹਾਡਾ ਰਾਜ ਭਾਗ ਚੱਲਦਾ ਹੈ ਤੇ ਤਹਾਂ ਨਾ ਕਲਮਾ ਰਛ ਕਰੰਤਾ। ਹੁਣ ਤੁਹਾਡੇ ਰਾਜ ਭਾਗ ਦੇ ਵਿੱਚ ਸਿੱਕੇ ਦੇ ਉੱਪਰ ਲਿਖੀਆਂ ਕਲਮਾਂ ਜਿਹੜੀਆਂ ਸੀ ਨਾ, ਉਹਨਾਂ ਨੂੰ ਕਿਸੇ ਨੇ ਪਹਿਚਾਣਿਆ ਨਹੀਂ, ਪਰ ਉਹਦੇ ਅੰਦਰ ਜਿਹੜੀ ਸਿੱਕੇ ਦੇ ਅੰਦਰ ਖੁਟਿਆਈ ਸੀ ਨਾ, ਜਿਹੜਾ ਖੋਟਾਪਣ ਸੀ, ਉਹਨੂੰ ਸਾਰਿਆਂ ਨੇ ਪਰਖ ਲਿਆ ਵੀ ਇਹਦੇ ਅੰਦਰ ਜਿਹੜਾ ਖੋਟਾਪਣ ਹੈ। ਤੇਰਾ ਰਾਜ ਭਾਗ ਹੋਵੇ, ਤੇਰੇ ਰਾਜ ਭਾਗ 'ਚ ਖੋਟਾ ਸਿੱਕਾ ਨਹੀਂ ਚੱਲ ਸਕਦਾ। ਤੇ ਜਿਹੜੇ ਮਾਲਕ ਦਾ ਸਾਰੀ ਸ੍ਰਿਸ਼ਟੀ ਤੇ ਰਾਜ ਹੈ, ਉਹਦੇ ਘਰ ਵਿੱਚ ਖੋਟਾ ਬੰਦਾ ਕਿਵੇਂ ਪ੍ਰਵਾਨ ਹੋ ਸਕਦਾ ਹੈ? ਇਹ ਤੇ ਦੁਨੀਆ ਦੀ ਗੱਲ ਹੈ, ਉਹ ਮਾਲਕ ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਜਿਹ ਠਾਨ ਅਵਰ ਨਿਆਵ ਕੋ ਕਰਤਾ, ਭਲੇ ਬੁਰੇ ਕੋ ਨਿਰਣੈ ਧਰਤਾ। ਜਿਹੜਾ ਮੇਰਾ ਮਾਲਕ ਹੈ ਨਾ ਜੀ, ਪਰਮਾਤਮਾ ਦਾ ਘਰ ਜਿਹੜਾ ਹੈ, ਉਹ ਤਾਂ ਹਰ ਥਾਂ 'ਤੇ ਨਿਆਂ ਕਰਤਾ ਹੈ, ਕਿਸੇ ਦੇ ਨਾਲ ਅਨਿਆਂ ਨਹੀਂ ਕਰਦਾ। ਉਹ ਨਿਆਂ ਕਰਤਾ ਕਿਹਾ ਗਿਆ ਹੈ, ਉਹ ਸੱਚਾ ਨਿਆਉ ਕਰੇ ਕਰਤਾਰ ਹੈ, ਉਹਦੇ ਘਰ ਨਿਆਂ ਹੁੰਦਾ ਹੈ।
ਇਸ ਕਰਕੇ ਉਹ ਭਲੇ ਤੇ ਬੁਰੇ ਦਾ ਨਿਰਣਾ ਧਰਦਾ ਹੈ, ਕਰਦਾ ਹੈ, ਭਾਵ ਕਿ ਭਲੇ ਤੇ ਬੁਰੇ ਦਾ ਨਿਰਣਾ ਕਰ ਲੈਂਦਾ ਹੈ। ਉਹਦੇ ਘਰ ਵਿੱਚ ਇੱਦਾਂ ਨਹੀਂ ਖੋਟੇ ਚੱਲਦੇ। ਮਹਾਰਾਜ ਸਾਹਿਬ ਜੀ ਨੇ ਸਮਝਾ ਦਿੱਤਾ ਵੀ ਜਿਹੜਾ ਪਰਮਾਤਮਾ ਉਹ ਤੇ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਹਰ ਸਮਾਨ ਕੋਊ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਤੇ ਦਿਵਾਜਾ। ਪਰਮੇਸ਼ਰ ਵਰਗਾ ਰਾਜਾ ਕੋਈ ਹੈ? ਦੁਨੀਆ ਦੇ ਰਾਜੇ ਝੂਠ ਬੋਲ ਕੇ ਝੂਠੀਆਂ ਗੱਲਾਂ ਬਾਤਾਂ ਝੂਠੇ ਦਾਅਵੇ ਕਰ ਦਿੰਦੇ, ਪਰ ਜਿਹੜਾ ਪਰਮੇਸ਼ਰ ਉਹ ਕਦੇ ਝੂਠਾ ਦਾਅਵਾ ਨਹੀਂ ਕਰਦਾ ਅਤੇ ਕਦੇ ਅਨਿਆਂ ਨਹੀਂ ਕਰਦਾ, ਉਹ ਨਿਆਂ ਕਰਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਉਹ ਭਲਿਆਂ ਤੇ ਬੁਰਿਆਂ ਦਾ ਨਿਰਣਾ ਕਰਨਾ ਜਾਣਦਾ ਹੈ, ਉਹਦੇ ਘਰ ਵਿੱਚ ਨਿਆਂ ਸਦਾ ਵਾਸਤੇ ਹੁੰਦਾ ਹੈ। ਤਹਿ ਕਲਮਾ ਕਿਮ ਕਰੈ ਸਹਾਏ, ਦੇ ਖੋਟੇ ਕੋ ਪਿਸ਼ਤ ਪਚਾਏ। ਮਹਾਰਾਜ ਜੀ ਕਹਿੰਦੇ ਦੱਸ ਫਿਰ ਉੱਥੇ ਜਾ ਕੇ ਰੱਬ ਦੇ ਘਰ ਵਿੱਚ ਅੰਦਰ ਤੇ ਖਟਿਆਈ ਲੈ ਕੇ ਤੁਰੇ ਫਿਰਦੇ ਆ ਅਤੇ ਬਾਹਰੀ ਤੌਰ 'ਤੇ ਪੜ੍ਹੀਆਂ ਹੋਈਆਂ ਕਲਮਾਂ ਸਾਡੀ ਕਿਵੇਂ ਸਹਾਇਤਾ ਕਰ ਸਕਦੀਆਂ ਨੇ। ਦੇ ਖੋਟੇ ਕੋ ਭਿਸ਼ਤ ਪਚਾਏ, ਫਿਰ ਤੂੰ ਦੱਸ ਉਹ ਖੋਟੇ ਨੂੰ ਵਹਿਸ਼ਤ ਕਿਵੇਂ ਪ੍ਰਾਪਤ ਹੋ ਸਕਦਾ। ਵਹਿਸ਼ਤ ਦਾ ਭਾਵ ਹੈ ਸਵਰਗ, ਵੀ ਉਹਨੂੰ ਸਵਰਗ ਕਿਵੇਂ ਪ੍ਰਾਪਤ ਹੋ ਜਾਵੇਗਾ। ਜਹ ਪਰਮੇਸ਼ਰ ਕੀ ਦਰਗਾਹ, ਜਥਾ ਜੋਗ ਬਿਖਿਅਤ ਹੈ ਤਾਹੇ। ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੀ ਪਰਮੇਸ਼ਰ ਦੀ ਦਰਗਾਹ ਨਾ, ਰੱਬ ਦਾ ਘਰ ਜਿਹੜਾ ਹੈ, ਉੱਥੇ ਤਾਂ ਨਾ ਜਿਹੋ ਜਿਹੇ ਹੈ ਨਾ ਉਹੋ ਜਿਹੇ ਦਿਸਣਾ ਹੈ। ਉਹਦੇ ਘਰ ਵਿੱਚ ਕੋਈ ਲੁਕਾ ਨਹੀਂ, ਕੋਈ ਛਪਾੜ ਨਹੀਂ ਉਹਦੇ ਘਰ ਵਿੱਚ। ਉੱਥੇ ਕੋਈ ਪਰਦਾ ਨਹੀਂ, ਜਿਹੋ ਜਿਹੇ ਹੈ। ਜਿਵੇਂ ਆਪਾਂ ਆਪਣੇ ਸ਼ੀਸ਼ੇ ਵਿੱਚ ਵੇਖਦੇ ਹਾਂ ਅਤੇ ਸਾਡਾ ਮੁੱਖ ਸਾਹਮਣੇ ਦਿਸ ਜਾਂਦਾ ਵੀ ਅਸੀਂ ਕਿੱਦਾਂ ਦੇ ਹਾਂ। ਸ਼ੀਸ਼ਾ ਸਾਨੂੰ ਬਿਲਕੁਲ ਸਾਫ਼ ਦਿਖਾਉਂਦਾ ਵੀ ਅਸੀਂ ਕਿੱਦਾਂ ਦੇ ਹਾਂ। ਇਸੇ ਤਰ੍ਹਾਂ ਗੁਰੂ ਜਿਹੜਾ ਨਾ, ਪਰਮਾਤਮਾ ਜਿਹੜਾ ਗੁਰੂ ਸ਼ੀਸ਼ਾ ਸਰੂਪ ਹੈ, ਗੁਰੂ ਦੇ ਸਨਮੁਖ ਆਣ ਕੇ ਆਪਾਂ ਬਿਲਕੁਲ ਸਨਮੁਖ ਹੋ ਕੇ ਸਾਫ਼ ਦਿਸਦੇ ਹਾਂ ਵੀ ਅਸੀਂ ਕਿੱਦਾਂ ਦੇ ਹਾਂ। ਅਸੀਂ ਦੁਨੀਆ ਤੋਂ ਲੁਕਾ ਸਕਦੇ ਹਾਂ, ਦੁਨੀਆ ਤੋਂ ਭੇਦ ਰੱਖ ਸਕਦੇ ਹਾਂ, ਦੁਨੀਆ ਤੋਂ ਆਪਣੀਆਂ ਗੱਲਾਂ ਛੁਪਾ ਸਕਦੇ, ਇੱਕ ਵੱਖਰੀ ਗੱਲ ਹੈ। ਪਰ ਜਿੱਥੇ ਪਰਮਾਤਮਾ ਦੀ ਗੱਲ ਆਉਂਦੀ ਹੈ ਉਹਦੇ ਅੱਗੇ ਆਪਾਂ ਆਪਣਾ ਕੁਝ ਵੀ ਛੁਪਾ ਨਹੀਂ ਸਕਦੇ ਹਾਂ। ਨਰ ਤਨ ਧਾਰ ਕਰਤ ਹੈ ਜਥਾ, ਬਿਦਤ ਸ਼ੋਭਿਆ ਸ਼ੁਭ ਹੋਏ ਤਥਾ। ਮਹਾਰਾਜ ਕਹਿੰਦੇ ਜਿਹੜੇ ਨਰ ਨਾ ਮਨੁੱਖ ਤਨ ਧਾਰਨ ਕਰਕੇ ਆਏ ਨੇ, ਆਪਾਂ ਨੂੰ ਸਰੀਰ ਮਿਲਿਆ ਏ। ਹੁਣ ਜਿੱਦਾਂ ਦੇ ਕਰਮ ਕਰਾਂਗੇ ਨਾ ਆਪਾਂ, ਜਿੱਦਾਂ ਦੇ ਕਰਮ ਕਰੀ ਜਾਂਦੇ ਆ। ਬਿਦਤ ਹੁੰਦਾ ਜੀ ਪ੍ਰਗਟ। ਉਸੇ ਪ੍ਰਕਾਰ ਸਾਡੇ ਸ਼ੋਭਾ ਅਸ਼ੁਭ, ਜਿਹੜੇ ਚੰਗੇ ਅਤੇ ਜਿਹੜੇ ਮਾੜੇ ਕਰਮ ਨੇ, ਉਹ ਸਾਡੇ ਪ੍ਰਗਟ ਹੋ ਜਾਂਦੇ। ਉਸੇ ਤਰ੍ਹਾਂ ਤਨ ਧਾਰਨ ਕਰਕੇ ਆਏ ਆ। ਜਿਹੋ ਜਿਹੇ ਇਸ ਤਨ ਦੇ ਨਾਲ ਕਰਮ ਕਰਾਂਗੇ, ਜੇ ਚੰਗੇ ਕਰਾਂਗੇ ਤਾਂ ਚੰਗੇ ਪ੍ਰਗਟ ਹੋਣੇ ਆ, ਜੇ ਮਾੜੇ ਕਰਾਂਗੇ ਤਾਂ ਇਸ ਤਨ ਦੇ ਨਾਲ ਮਾੜੇ ਕਰਮ ਵੀ ਪ੍ਰਗਟ ਹੋਣੇ ਹਨ। ਇਸ ਕਰਕੇ ਸ਼ੁਭਾ ਸ਼ੁਭ ਦਾ ਭਾਵ ਹੈ ਮਾੜੇ ਅਤੇ ਚੰਗੇ ਕਰਮ ਇਸ ਤਨ ਦੇ ਨਾਲ ਕੀਤੇ ਹੋਏ ਪ੍ਰਗਟ ਹੋ ਜਾਂਦੇ ਹਨ। ਦੁੱਖ ਸੁਖ ਭੋਗੈ ਕੀਰਤਨ ਸਾਰੀ, ਕੂਰੇ ਵੇਖ ਉਪਰੈ ਤਾਰੀ। ਹੁਣ ਜਿਹੜੇ ਸਾਡੇ ਦੁੱਖ ਤੇ ਸੁੱਖ ਹਨ, ਅਸੀਂ ਆਪਣੀ ਕਿਰਤ ਅਨੁਸਾਰ ਭੋਗਦੇ ਹਾਂ। ਅਸੀਂ ਕਿਸੇ ਦੇ ਦਿੱਤੇ ਨਹੀਂ, ਆਪਣੇ ਕੀਤੇ ਕਿਰਤ ਅਨੁਸਾਰ ਦੁੱਖ ਸੁੱਖ ਭੋਗਦੇ ਹਾਂ। ਬਹਾਦਰ ਸ਼ਾਹ ਕੋਈ ਕਿਸੇ ਨੂੰ ਦੁੱਖ ਨਹੀਂ ਦਿੰਦਾ। ਅਸੀਂ ਆਪਣੇ ਕੀਤੇ ਅਨੁਸਾਰ ਕਿਰਤ ਕਰਮ ਕੇ ਵਿਛੜੇ, ਆਪਾਂ ਕਹਿੰਦੇ ਨਾ ਵੀ ਆਪਣੀ ਕਿਰਤ ਕਰਕੇ ਪਰਮਾਤਮਾ ਤੋਂ ਵਿਛੜੇ। ਜਿਵੇਂ ਧ੍ਰਿਤਰਾਸ਼ਟਰ ਨੇ ਦੁਆਪਰ ਯੁੱਗ ਦੇ ਭਗਵਾਨ ਨੂੰ ਪੁੱਛਿਆ ਸੀ ਵੀ ਮੈਂ 100 ਸਾਲ ਦੇ ਜਨਮ ਦੀ ਸੋਝੀ ਰੱਖਦਾ, ਪਰ ਮੇਰੇ ਜਿਹੜਾ ਨਾ ਅੱਖਾਂ ਅੰਨੀਆਂ ਹੋ ਜਾਣੀਆਂ, ਮੇਰੇ ਪੁੱਤਰ ਮਰ ਗਏ, ਇਹਦੇ ਬਾਰੇ ਮੈਨੂੰ ਕੁਝ ਸਮਝ ਨਹੀਂ ਲੱਗਦੀ। ਧ੍ਰਿਤਰਾਸ਼ਟਰ ਨੇ ਸਵਾਲ ਕੀਤਾ ਸੀ। ਦੁਆਪਰ ਯੁੱਗ ਦੇ ਭਗਵਾਨ ਕ੍ਰਿਸ਼ਨ ਜੀ ਨੇ ਉਹਨੂੰ ਕਿਹਾ ਸੀ ਵੀ ਇਹ ਪਰਮਾਤਮਾ ਦੀ ਪ੍ਰਾਰਬਧ ਹੈ, ਜਿੱਦਾਂ ਦੇ ਕਰਮ ਕੀਤੇ ਉਹ ਕਿਤੇ ਨਾ ਕਿਤੇ ਜਾ ਕੇ ਭੋਗਣੇ ਪੈਂਦੇ ਆ ਸਾਨੂੰ। ਅੱਜ ਰਾਜੇ ਨੇ ਵੀ ਇਹੋ ਕੁਛ ਕੀਤਾ ਸੀ। ਅਜੈ ਸੋ ਰੋਵੈ ਭੀਖਿਆ ਖਾਏ। ਉਹਨੇ ਜਿਹੋ ਜਿਹਾ ਕਰਮ ਕੀਤਾ ਸੀ ਉਹਨੂੰ ਆਪਣਾ ਕਰਮ ਭੋਗਣਾ ਪਿਆ ਅਤੇ ਧ੍ਰਿਤਰਾਸ਼ਟਰ ਨੂੰ ਵਿਖਾਇਆ ਸੀ। ਪਰਮਾਤਮਾ ਵੱਲੋਂ ਭਗਵਾਨ ਨੇ ਵਿਖਾਇਆ, ਉਹਦੇ ਸਿਰ 'ਤੇ ਹੱਥ ਰੱਖ ਕੇ ਤੇ ਉਹਨੇ 102 ਜਨਮ ਦੇਖਿਆ। ਉਹਦੇ ਵਿੱਚ ਵੇਖਿਆ ਅਤੇ ਤੌਬਾ ਕਰ ਉੱਠਿਆ। ਕਹਿੰਦੇ ਵੀ ਕੀ ਵੇਖਿਆ? ਕਹਿੰਦੇ ਵੀ ਮੈਂ ਜੋ ਕੁਝ ਵੇਖਿਆ ਵੀ ਤੌਬਾ ਹੋ ਗਈ। ਕਹਿੰਦੇ ਦੱਸ ਨਾ ਕਰ, ਭਾਵੇਂ ਕਿ ਭਗਵਾਨ ਜਾਣਦੇ ਸਨ। ਉਹਨੇ ਵੇਖਿਆ, ਕਹਿੰਦਾ ਮੈਂ ਆਪਣੇ ਜੀਵਨ ਕਾਲ ਦੇ ਵਿੱਚ ਇੱਕ ਅੱਕ ਦਾ ਟਿੱਡਾ ਸੀ, ਅੱਕ ਦੇ ਟਿੱਡੇ ਦੇ ਅੱਖਾਂ ਵਿੱਚ ਸੂਲ ਲੰਘਾ ਦਿੱਤੀ, ਜਿਉਂਦੀਆਂ ਟਿੱਡੇ ਦੇ ਅੱਖਾਂ ਸੂਲ ਲੰਘਾ ਕੇ ਉਹਨੂੰ ਉਹਨਾਂ ਕਰ ਦਿੱਤਾ। ਉਹਦਾ ਭੋਗ, ਉਹਦਾ ਜਿਹੜਾ ਕਰਮ ਸੀ ਨਾ ਮੇਰਾ, 102 ਜਨਮ ਵਿੱਚ ਮੈਨੂੰ ਇਹ ਭੋਗਣਾ ਪੈ ਗਿਆ। ਵੀ ਇੰਨੇ ਜਨਮ ਬਾਅਦ ਵੀ ਮੈਨੂੰ ਉਹ ਕਰਮ ਭੋਗਣਾ ਪੈ ਗਿਆ, ਕਿਉਂਕਿ ਕਰਮ ਜਿਹੜਾ ਨਾ ਸਾਡਾ
ਜਿਹੋ ਜਿਹਾ ਕਰਮ ਕੀਤਾ ਇਸ ਜਨਮ ਵਿੱਚ ਨਹੀਂ ਤਾਂ ਕਿਸੇ ਜਨਮ 'ਚ ਜਾ ਕੇ ਭੋਗਣਾ ਪੈ ਜਾਂਦਾ ਹੈ। ਇਸ ਕਰਕੇ ਗੁਰਮੁਖੋ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਬਹਾਦਰ ਸ਼ਾਹ ਦੁੱਖ ਸੁੱਖ ਭੋਗੇ ਕਿਰਤ ਅਨੁਸਾਰੀ। ਅਸੀਂ ਦੁੱਖ ਤੇ ਸੁੱਖ ਆਪਣੀ ਕਿਰਤ ਅਨੁਸਾਰ ਆਪਣੇ ਕੀਤੇ ਕਰਮਾਂ ਅਨੁਸਾਰ ਭੋਗਦੇ ਪਏ ਹਾਂ। ਕੂਰੇ ਬੇਖ ਉਪਰੇ ਧਾਰੀ, ਜਿਹੜੇ ਆਪਣੇ ਉੱਪਰ ਅਸੀਂ ਝੂਠੇ ਭੇਖ ਧਾਰਨ ਕੀਤੇ ਨਾ, ਲਿਬਾਸ ਧਾਰਨ ਕੀਤਾ ਝੂਠਾ, ਔਰ ਜਿਹੜੇ ਆਪਾਂ ਝੂਠੇ ਵੇਖ ਧਾਰਨ ਕਰ ਲੈਂਦੇ ਹਾਂ ਉਹ ਭੇਖ ਸਾਨੂੰ ਕਦੇ ਵਾਸਤੇ ਪਾਰ ਉਤਾਰਾ ਨਹੀਂ ਕਰਾਉਂਦੇ। ਜਿਵੇਂ ਮਹਾਰਾਜ ਦੀ ਬਾਣੀ ਨੇ ਕਿਹਾ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤ ਨ ਆਖੀਐ ਬਾ ਨਾਰਸ ਕੇ, ਠੱਗ ਐਸੇ ਸੰਤ ਨ ਮੋਕੋ ਭਾਵੈ, ਡਾਲਾ ਸੋ ਪੇਡਾ ਗਟਕਾਵੈ। ਮਹਾਰਾਜ ਨੇ ਕਹਿ ਦਿੱਤਾ ਇਸੇ ਤਰ੍ਹਾਂ ਲਿਬਾਸ ਸਾਡਾ ਭਾਵੇਂ ਕੋਈ ਵੀ ਹੈ, ਭਾਵੇਂ ਅਸੀਂ ਸਿੱਖ ਹਾਂ, ਭਾਵੇਂ ਕੱਲ੍ਹ ਵੀ ਬੇਨਤੀ ਕੀਤੀ ਈਸਾਈ ਹਾਂ, ਮੁਸਲਿਮ ਧਰਮ ਦੇ ਹਾਂ, ਭਾਵੇਂ ਹਿੰਦੂ ਹਾਂ, ਕੋਈ ਬੇਸ ਜਿਹੜਾ ਨਾ ਸਾਡਾ ਭੇਖ ਜਿਹੜਾ ਹੈ ਉਹ ਭੇਖ ਸਾਨੂੰ ਪਾਰ ਉਤਾਰਾ ਨਹੀਂ ਕਰਾ ਸਕਦਾ ਜਿੰਨਾ ਚਿਰ ਸਾਡੇ ਉਸ ਭੇਸ ਅਨੁਸਾਰ ਕਰਮ ਨਹੀਂ ਬਣਦੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਭੇਖ ਦਿਖਾਵੇ ਜਗਤ ਕੋ, ਲੋਗਣ ਕੋ ਬਸ ਕੀਨ, ਅੰਤ ਕਾਲ ਕਾਤੀ ਕਟਹਿ, ਬਾਸ ਨਰਕ ਮੋਹ ਲੀਨ। ਜੇ ਜਗਤ ਨੂੰ ਭਰਮਾਉਣ ਵਾਸਤੇ ਭੇਖ ਬਣਾ ਲਿਆ, ਜਗਤ ਨੂੰ ਭਰਮ ਭੁਲੇਖੇ 'ਚ ਪਾਉਣ ਵਾਸਤੇ ਆਪਣਾ ਭੇਸ ਉੱਦਾਂ ਦਾ ਬਣਾ ਲਿਆ, ਤੇ ਮਹਾਰਾਜ ਕਹਿੰਦੇ ਉਸ ਭੇਸ ਨੇ ਪਤਾ ਇੱਕ ਦਿਨ ਕੀ ਕਰਾਉਣਾ, ਉਹਨੇ ਕਾਤੀ ਬਣਨਾ, ਛੁਰੀ ਬਣਨਾ ਸਾਡੇ ਵਾਸਤੇ। ਜਿੱਦਣ ਉਹ ਛੁਰੀ ਬਣ ਕੇ ਸਾਡੇ ਵੱਜਿਆ, ਉਸੇ ਭੇਸ ਨੇ ਸਾਨੂੰ ਨਰਕਾਂ ਵਿੱਚ ਲੈ ਜਾਣਾ। ਕੱਲਾ ਭੇਸ ਨਹੀਂ ਬਚਾਉਂਦਾ, ਕਰਮ ਬਚਾਉਂਦੇ। ਕਰਮ ਸਾਡੇ ਚੰਗੇ ਹੋਣੇ ਚਾਹੀਦੇ ਹੈ, ਵੀ ਸਾਡੇ ਕਰਮ ਕਿੱਦਾਂ ਦੇ, ਕਿਉਂਕਿ ਗੁਰਬਾਣੀ ਕਹਿ ਰਹੀ ਸਾਧ ਨਾਮ ਨਿਰਮਲਤਾ ਕੀ ਕਰਮ। ਸਾਧ ਉਹਨੂੰ ਕਿਹਾ ਜਾਂਦਾ ਜਿਹਦੇ ਕਰਮ ਨਿਰਮਲ ਨਹੀਂ। ਲਿਬਾਸ ਦਾ ਨਾਮ ਸਾਧ ਨਹੀਂ, ਵਸਤਰਾਂ ਦਾ ਨਾਮ ਸਾਧ ਨਹੀਂ। ਗੁਰੂ ਸਾਹਿਬ ਵਸਤਰਾਂ 'ਤੇ ਨਹੀਂ ਪਤੀਜਦੇ। ਮਹਾਰਾਜ ਸਾਡੇ ਕਰਮਾਂ 'ਤੇ, ਸਾਡੀ ਰਹਿਣੀ 'ਤੇ, ਸਾਡੀ ਕਹਿਣੀ 'ਤੇ, ਸਾਡੀ ਬਹਿਣੀ 'ਤੇ, ਜਿਹੜੀ ਸਾਡੀ ਰਹਿਣੀ ਸਹਿਣੀ ਉਹਦੇ ਨਾਲ ਅਨੁਸਾਰ ਮਹਾਰਾਜ ਸਾਡੇ ਨਾਲ ਪ੍ਰੇਮ ਕਰਦੇ ਹੈ। ਰਹਿਣੀ ਕਹਿਣੀ ਬਹਿਣੀ ਸਾਡੀ ਇੱਕ ਬਣ ਜਾਵੇ, ਅਸੀਂ ਅੰਦਰੋਂ ਬਾਹਰੋਂ ਇੱਕ ਬਣ ਜਾਈਏ, ਫਿਰ ਜਾ ਕੇ ਰੱਬ ਦੇ ਘਰ ਕਿਤੇ ਪ੍ਰਵਾਨਤਾ ਮਿਲਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕੂਰੇ ਭੇਖ ਉਪਰੇ ਧਾਰੀ, ਜਿਹੜੇ ਅਸੀਂ ਆਪਣੇ ਉੱਪਰ ਝੂਠੇ ਭੇਖ ਧਾਰਨ ਕੀਤੇ ਨਾ, ਲਿਬਾਸ, ਇਹਨਾਂ ਨੇ ਸਾਡੇ ਕਦੇ ਵਾਸਤੇ ਬਚਾ ਨਹੀਂ ਕਰਨਾ ਹੈ। ਤਿਸ ਤੇ ਨਾਹਿ ਸਹਾਇਤਾ ਹੋਏ, ਕਰੈ ਕੀਰਤਨ ਭੁਗਤੈ ਸੋਏ। ਸਤਿਗੁਰੂ ਕਹਿੰਦੇ ਭਾਈ ਇਹਨਾਂ ਨੇ ਕਦੇ ਸਾਡੀ ਸਹਾਇਤਾ ਨਹੀਂ ਕਰਨੀ। ਕਰਹਿ ਕਿਰਤ ਨਰ ਭੁਗਤੈ ਸੋਏ, ਜਿਹੋ ਜਿਹਾ ਕਰਮ ਕਰਦੇ ਹਾਂ ਉਹੋ ਜਿਹਾ ਭੋਗਣਾ ਪੈਂਦਾ। ਜੈਸਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜਿਹੋ ਜਿਹਾ ਕਰਮ ਬੀਜਿਆ ਉਹੋ ਜਿਹਾ ਫਲ ਵੱਢਣਾ ਪੈਣਾ। ਇਹ ਮਤ ਸਮਝੋ ਵੀ ਜੇ ਅਸੀਂ ਕੋਈ ਮਾੜਾ ਕਰਮ ਕਰਾਂਗੇ ਤਾਂ ਉਹਦਾ ਫਲ ਨਹੀਂ ਮਿਲਣਾ। ਇਹ ਵੀ ਮਤ ਸਮਝੋ ਵੀ ਜੇ ਚੰਗਾ ਕੀਤਾ ਹੈ ਉਹਦਾ ਫਲ ਨਹੀਂ ਮਿਲਣਾ। ਕਈ ਵਾਰ ਸਾਨੂੰ ਇਉਂ ਹੁੰਦਾ ਵੀ ਅਸੀਂ ਚੰਗਾ ਕਰਮ ਕਰਦੇ ਜੀ ਸਾਨੂੰ ਫਲ ਨਹੀਂ ਮਿਲਿਆ। ਨਹੀਂ, ਗੁਰਮੁਖੋ ਮਹਾਰਾਜ ਜੀ ਕਹਿੰਦੇ ਇੱਕ ਤਿਲ ਨਹੀਂ ਬਣਨਾ ਘੱਲ ਹੈ। ਅਸੀਂ ਤੇ ਇੱਕ ਤਿਲ ਮਾਤਰ ਵੀ ਕਰ ਲਿਆ ਨਾ ਚੰਗਾ ਕਰਮ, ਉਹ ਵੀ ਸਾਡਾ ਪ੍ਰਵਾਨ। ਜੇ ਅਸੀਂ ਕਰਮ ਕਰ ਵੀ ਨਹੀਂ ਸਕੇ, ਸਾਡੇ ਅੰਦਰ ਕਿਤੇ ਇਹ ਬਣ ਜਾਵੇ ਲਾਲਸਾ ਵੀ ਮੈਂ ਕੋਈ ਚੰਗਾ ਕਰਮ ਕਰਨਾ ਹੈ। ਮੰਨ ਲਓ ਸਾਡੇ ਅੰਦਰ ਕੋਈ ਲਾਲਸਾ ਬਣ ਗਈ ਵੀ ਆਹ ਮੈਂ ਕਿਸੇ ਲੋੜਵੰਦ ਦੀ ਮਦਦ ਕਰਨੀ ਹੈ ਜਾਂ ਮੈਂ ਚੰਗਾ ਕਰਮ ਕਰਨਾ, ਲਾਲਸਾ ਹੀ ਬਣ ਗਈ ਪਰ ਕੀਤਾ ਨਹੀਂ, ਉਹ ਲਾਲਸਾ ਵੀ ਪ੍ਰਵਾਨ ਹੋ ਜਾਂਦੀ ਵੀ ਚੰਗੇ ਕਰਮ ਵਾਸਤੇ ਚਲੋ ਫੁਰਨਾ ਤੇ ਬਣਿਆ। ਇਸੇ ਤਰ੍ਹਾਂ ਜੇ ਮਾੜੇ ਫੁਰਨੇ ਬਣੇ ਆ ਤੇ ਮਾੜੇ ਫੁਰਨੇ ਵੀ ਸਾਨੂੰ ਉਸ ਪਾਸੇ ਲੈ ਜਾਂਦੇ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਆ ਤਿਸ ਤੇ ਨਹਿ ਸਹਾਇਤਾ ਹੋਏ। ਬਹਾਦਰ ਸ਼ਾਹ ਬਾਹਰੀ ਤੌਰ 'ਤੇ ਲਿਬਾਸ, ਬਾਹਰੀ ਤੌਰ 'ਤੇ ਪਲੀਆਂ ਪੜ੍ਹੀਆਂ ਕਲਮਾਂ ਪਰਮਾਤਮਾ ਦੇ ਘਰ ਵਿੱਚ ਸਾਡੀ ਸਹਾਇਤਾ ਨਹੀਂ ਕਰ ਸਕਦੀਆਂ। ਕਰਹਿ ਕਿਰਤ ਨਰ, ਜਿੱਦਾਂ ਦੇ ਮਨੁੱਖ ਕਿਰਤ ਕੰਮ ਕਰਦੇ ਨੇ, ਭੁਗਤੈ ਸੋਏ, ਉਹ ਉੱਦਾਂ ਦੇ ਫਲ ਉਹਨਾਂ ਨੂੰ ਭੋਗਣੇ ਪੈਂਦੇ ਹਨ। ਦੇਖਿਓ ਪ੍ਰਤੱਖ ਇਹਾਂ ਤੁਮ ਜਥਾ, ਪ੍ਰਭੂ ਦਰਗਾਹ ਨਿਆਮ ਹੈ ਤਥਾ। ਮਹਾਰਾਜ ਸਾਹਿਬ ਜੀ ਨੇ ਉਹਨੂੰ ਬਹਾਦਰ ਸ਼ਾਹ ਨੂੰ ਕਹਿ ਦਿੱਤਾ ਵੀ ਤੂੰ ਆਪਣੀ ਅੱਖਾਂ ਦੇ ਨਾਲ ਹੁਣ ਪ੍ਰਤੱਖ ਵੇਖ ਲਿਆ ਨਾ, ਇਸ ਸਿੱਕਾ ਭਾਵੇਂ ਅੰਦਰੋਂ ਖੋਟਾ ਏ, ਇਹਦੇ 'ਤੇ ਲਿਖੀਆਂ ਕਲਮਾਂ, ਇਹਦੇ 'ਤੇ ਲਿਖਿਆ ਹਿਜਰੀ ਸਨ ਕਿਸੇ ਨੇ ਨਹੀਂ ਦੇਖਿਆ। ਬਸ ਇਹਦੇ ਅੰਦਰ ਦੀ ਖੁਟਿਆਈ ਨੂੰ ਪਰਖ ਲਿਆ ਵੀ ਇਹਦੇ ਅੰਦਰ ਖੁਟਿਆਈ ਹੈ, ਖੋਟਾਪਣ ਹੈ। ਇਸ ਕਰਕੇ ਜਿਹੜਾ ਪ੍ਰਭੂ ਹੈ ਨਾ ਜੀ, ਮਾਲਕ ਜਿਹੜਾ ਰੱਬ ਹੈ, ਜਿਹੜਾ ਅੱਲਾ ਹੈ, ਜਿਹੜਾ ਪ੍ਰਮਾਤਮਾ ਹੈ, ਉਹ ਅੰਤਰਜਾਮੀ ਹੈ। ਪ੍ਰਭ ਦਰਗਾਹ ਨਿਆਮ ਹੈ ਤਥਾ, ਜਿਵੇਂ ਇੱਥੇ ਨਿਆਂ ਕੀਤਾ ਨਾ ਦੁਕਾਨਦਾਰਾਂ ਨੇ,
ਉਹਨਾਂ ਨੇ ਪਰਖ ਕਰ ਲਈ ਵੀ ਭਾਵੇਂ ਕਲਮਾਂ ਲਿਖੀਆਂ ਹੈ ਤੇ ਅੰਦਰੋਂ ਖੋਟਾ ਹੈ। ਇਸੇ ਤਰ੍ਹਾਂ ਰੱਬ ਦੇ ਘਰ ਵਿੱਚ ਨਿਆਂ ਹੁੰਦਾ ਹੈ। ਭਾਵੇਂ ਬਾਹਰੀ ਤੌਰ 'ਤੇ ਲਿਬਾਸ ਸਾਡਾ ਸਾਧੂਆਂ ਵਾਲਾ ਹੈ, ਸੰਤਾਂ ਵਾਲਾ ਹੈ, ਬਾਹਰੀ ਤੌਰ 'ਤੇ ਲਿਬਾਸ ਸਾਡਾ ਕਿਸੇ ਤਰ੍ਹਾਂ ਦਾ ਹੈ, ਪਰ ਰੱਬ ਨੇ ਸਾਡੇ ਅੰਦਰ ਦੀ ਕਿਰਤ ਨੂੰ ਵੇਖਣਾ ਵੀ ਅੰਦਰ ਦਾ ਕਿਹੋ ਜਿਹਾ ਹੈ। ਤਾਂ ਹੀ ਮਹਾਰਾਜ ਦੀ ਬਾਣੀ ਕਹਿੰਦੀ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਅੰਦਰ ਦੇ ਪਾਪ ਸਾਡੇ ਅੰਦਰ ਦੀ ਸਾਡੀ ਗੱਲ ਜਿਹੜੀ ਆ ਨਾ, ਅੰਦਰੋਂ ਸਾਡੇ ਫੁਰਨੇ ਕਿੱਦਾਂ ਦੇ, ਅੰਦਰ ਅਸੀਂ ਕਿਹਾ ਬਾਹਰੋਂ ਅਸੀਂ ਜਿਹੋ ਜਿਹੇ ਮਰਜ਼ੀ ਬਣੇ। ਮਹਾਰਾਜ ਕਹਿੰਦੇ ਬਾਹਰੋਂ ਅਸੀਂ ਜਿੱਦਾਂ ਦੇ ਮਰਜ਼ੀ ਹਾਂ, ਪਰ ਅੰਦਰ ਦੀ ਗੱਲ ਨੂੰ ਜਾਣਨਾ ਮਹਾਰਾਜ ਨੇ। ਜਿਵੇਂ ਸਤਿਗੁਰੂ ਜੀ ਨੇ ਆਸਾ ਦੀ ਵਾਰ ਵਿੱਚ ਵੀ ਕਿਹਾ ਨਾ, ਭਾਈ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵਹਿ ਆਸ ਕਰ ਜਾਹੇ ਨਰਾਸੇ ਕਿਤ, ਫਲ ਫਿੱਕੇ ਫੁੱਲ ਬੱਕ ਬੱਕੇ ਕਾਮਣ ਆਵੈ ਪਟ ਪਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਅੰਦਰ ਦੀਆਂ ਚੰਗਿਆਈਆਂ ਜਿਹੜੀਆਂ, ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਪ੍ਰਭੂ ਦਾ ਦਰ ਜਿਹੜਾ ਨਾ, ਉਹਦੀ ਦਰਗਾਹ ਵਿੱਚ ਨਿਆਂ ਹੁੰਦਾ ਹੈ। ਤੇ ਨਿਆਂ ਅੰਦਰਲੇ ਕਰਮਾਂ ਕਰਕੇ ਹੋਣਾ, ਇਕੱਲੇ ਬਾਹਰੀ ਕਰਮਾਂ ਕਰਕੇ ਨਿਆਂ ਨਹੀਂ ਹੋਣਾ ਹੈ। ਅੰਤਰ ਸ਼ੁੱਧ ਭਏ ਛੁੱਟ ਜਾਏ ਹੈ, ਅੰਤਰ ਖੋਟ ਮਹਾ ਦੁਖ ਦੇ ਹੈ। ਜਿਹੜਾ ਮਨੁੱਖ ਅੰਦਰੋਂ ਸ਼ੁੱਧ ਹੋ ਗਿਆ ਨਾ ਜੀ, ਅੰਦਰ ਦੀ ਮਲੀਨਤਾ ਨੂੰ ਉਹਨੇ ਦੂਰ ਕਰ ਲਿਆ, ਉਹ ਤੇ ਭਰਾਈ ਪ੍ਰਮਾਤਮਾ ਦੇ ਘਰ ਵਿੱਚ ਛੁੱਟ ਜਾਵੇਗਾ, ਭਾਵ ਕਿ ਜੀਵਨ ਮੁਕਤ ਹੋ ਜਾਵੇਗਾ, ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਅੰਤਰ ਖੋਟ, ਜਿਹਦੇ ਅੰਦਰ ਖੋਟ ਹੈ, ਪਾਪ ਹੈ, ਬੇਈਮਾਨ ਹੈ, ਅੰਦਰ ਅੰਦਰ ਖੁਟਿਆਈ ਲਈ ਫਿਰਦਾ, ਬੁਰਾਈਆਂ ਲਈ ਫਿਰਦਾ, ਬਾਹਰੋਂ ਬੜਾ ਮਿੱਠਾ ਮਿੱਠਾ ਬੋਲਦਾ, ਬਾਹਰੋਂ ਬੜਾ ਸੋਹਣਾ ਲੱਗਦਾ ਹੈ, ਪਰ ਅੰਦਰ ਖੁਟਿਆਈ, ਅੰਦਰ ਪਾਪ ਦੇ ਨਾਲ ਭਰਿਆ ਪਿਆ ਹੈ। ਸਤਿਗੁਰੂ ਕਲਗੀਧਰ ਜੀ ਕਹਿੰਦੇ ਉਹ ਮਹਾ ਦੁੱਖ ਪੈ ਹੈ, ਉਹ ਮਹਾਨ ਦੁੱਖ ਵਿੱਚ ਪੈਂਦਾ, ਉਹਨੂੰ ਬੜੇ ਵੱਡੇ ਵੱਡੇ ਦੁੱਖ ਝੱਲਣੇ ਪੈਂਦੇ ਹਨ। ਮਾਹਿਰ ਭੇਖ ਮਾਨੈ ਕੋ ਨਾਹੀ, ਕਰਮ ਸ਼ੁਭ ਅਸ਼ੁਭ ਮਿਠੈ ਨ ਕਾਹੀ। ਸਤਿਗੁਰੂ ਕਹਿੰਦੇ ਜਿਹੜਾ ਬਾਹਰ ਦਾ ਭੇਖ ਹੈ ਨਾ, ਇਹਨੂੰ ਕੋਈ ਨਹੀਂ ਪ੍ਰਵਾਨ ਕਰਦਾ ਫਿਰ, ਕਿਉਂਕਿ ਸਾਡਾ ਲਿਬਾਸ ਤਾਂ ਹੀ ਪ੍ਰਵਾਨ ਹੈ ਜੇ ਅਸੀਂ ਅੰਦਰੋਂ ਵੀ ਸ਼ੁਭ ਕਰਮਾਂ ਵਾਲੇ ਬਣ ਗਏ। ਬਾਹਰੀ ਤੌਰ 'ਤੇ ਲਿਬਾਸ ਵੇਖੋ, ਮਹਾਰਾਜ ਨੇ ਇੱਕ ਵਾਰ ਇਹ ਬਚਨ ਕਹਿ ਰਹੇ ਨੇ ਵੀ ਭਾਈ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੈ ਹੱਥ ਨ ਬੱਗ, ਓਏ ਹਰ ਕੇ ਸੰਤਨ ਆਖੀਐ ਬਾਨਾਰਸ ਕੇ ਠੱਗ ਕਿਆ। ਮਹਾਰਾਜ ਨੇ ਵੀ ਬਾਹਰੋਂ ਤੋਂ ਲਿਬਾਸ ਬੜੇ ਸੋਹਣੇ ਪਾਏ, ਲੋਟੇ ਫੜੇ ਹੱਥ ਵਿੱਚ, ਉਹਨਾਂ ਨੇ ਡੰਡੇ ਪਕੜੇ, ਚਿਪੀਆਂ ਪਾਈਆਂ, ਝੋਲੀਆਂ ਪਾਈਆਂ ਨੇ, ਪਰ ਮਹਾਰਾਜ ਕਹਿੰਦੇ ਉਹ ਬਨਾਰਸ ਦੇ ਠੱਗ ਕਹਿ ਜਾਂਦੇ, ਸੰਤ ਨਹੀਂ ਰੱਬ ਦੇ ਕਹਿ ਜਾ ਸਕਦੇ। ਇਸੇ ਤਰ੍ਹਾਂ ਇੱਥੇ ਵੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਸਮਝਾਉਂਦੇ, ਕਹਿੰਦੇ ਬਹਾਦਰ ਸ਼ਾਹ ਬਾਹਰੀ ਜਿਹੜਾ ਭੇਖ ਹੈ ਨਾ ਸਾਡਾ, ਇਹਨੂੰ ਨਹੀਂ ਪ੍ਰਵਾਨ ਕਰਨਾ ਰੱਬ ਦੇ ਘਰ। ਸਾਡੇ ਕਰਮ ਸ਼ੁਭ ਅਸ਼ੁਭ ਕਰਮ ਜਿਹੜੇ ਨੇ, ਇਹਨਾਂ ਨੇ ਸਾਡਾ ਨਿਰਣਾ ਕਰਾਉਣਾ। ਅਸਲ ਗੱਲ ਇੱਥੇ ਆਣ ਕੇ ਮੁੱਕਣੀ ਆ ਵੀ ਸਾਡੇ ਕਰਮ ਕਿੱਦਾਂ ਦੇ, ਅਸੀਂ ਸ਼ੁਭ ਕਰਮਾਂ ਵਾਲੇ ਹਾਂ ਕਿ ਅਸ਼ੁਭ ਭੈੜੇ ਕਰਮਾਂ ਵਾਲੇ ਹਾਂ। ਸੁਣ ਕੈ ਸ਼ਾਹੋ ਬਹਾਦਰ ਮੌਨ, ਧ੍ਰਿਗ ਲਗ ਰਹੇ ਦਿਸ਼ਾ ਤ੍ਰਿਆ ਤਾਨ। ਸਾਧ ਸੰਗਤ ਜੀ ਜਿਹੜਾ ਬਹਾਦਰ ਸ਼ਾਹ ਸੀ ਨਾ, ਉਹ ਮਹਾਰਾਜ ਦੇ ਬਚਨ ਸੁਣ ਕੇ ਮੌਨ ਹੋ ਗਿਆ। ਮੌਨ ਦਾ ਭਾਵ ਹੁੰਦਾ ਵੀ ਚੁੱਪ ਹੋ ਜਾਣਾ, ਕਿਉਂਕਿ ਪਤਾ ਤੇ ਲੱਗ ਜਾਂਦਾ, ਆਪਾਂ ਨੂੰ ਵੀ ਪਤਾ, ਸਾਰਿਆਂ ਨੂੰ ਆਪਾਂ ਨੂੰ ਆਪਣੇ ਆਪਣੇ ਬਾਰੇ ਪਤਾ ਹੈ ਸਾਰਾ ਕੁਝ। ਬਹਾਦਰ ਸ਼ਾਹ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਮਹਾਰਾਜ ਇਹ ਜਿਹੜਾ ਬਚਨ ਕਰਦੇ ਨੇ ਮੇਰੇ ਵੱਲ ਇਸ਼ਾਰਾ ਹੈ। ਗੁਰਬਾਣੀ ਜਦੋਂ ਆਪਾਂ ਸੁਣਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਉਦੋਂ ਇਹ ਸੁਣਨਾ ਚਾਹੀਦਾ ਵੀ ਮਹਾਰਾਜ ਇਸ਼ਾਰਾ ਕਰਿਓ, ਮੈਨੂੰ ਵੀ ਕਹਿ ਰਹੇ, ਪਰ ਆਪਾਂ ਪ੍ਰਵਾਨ ਨਹੀਂ ਕਰਦੇ, ਸਵੀਕਾਰ ਨਹੀਂ ਕਰਦੇ ਕਦੇ ਵਾਸਤੇ। ਮਹਾਰਾਜ ਵੇਖੋ ਕਿੰਨੇ ਸੋਹਣੇ ਬਚਨਾਂ 'ਚ ਕਹਿੰਦੇ, ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹੋਂ ਪਾਪੀ ਵੱਡ ਗੁਨਹਗਾਰ। ਇਹ ਤੇ ਭਾਵਨਾ ਦੀ ਗੱਲ ਹੈ ਨਾ, ਜਿੱਦਣ ਭਾਵਨਾ ਵਿੱਚ ਆਇਆ ਤੇ ਉਦਣ ਕਹਿਣਾ ਵੀ ਮੇਰੇ ਵਰਗਾ ਤੇ ਪਾਪੀ ਕੋਈ ਨਹੀਂ, ਹੋਂ ਪਾਪੀ ਤੂੰ ਬਖਸ਼ਣਹਾਰ, ਇਹ ਗੱਲ ਕਹਿ ਦਿੰਦਾ ਏ। ਜਿੱਦਣ ਭਾਵਨਾ ਨਹੀਂ ਬਣੀ ਉਦਣ ਆਪਣੇ ਆਪ ਨੂੰ ਦੁਨੀਆ ਤੋਂ, ਸਾਰੀ ਦੁਨੀਆ ਤੋਂ ਚੰਗਾ ਕਹਿੰਦਾ ਹੈ। ਤੇ ਗੁਰਬਾਣੀ ਕਹਿੰਦੀ ਆਪਸ ਕੋ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾ ਆਵੈ। ਜਿਹੜਾ ਬੰਦਾ ਆਪਣੇ ਆਪ ਨੂੰ ਚੰਗਾ ਕਹਿੰਦਾ ਵੀ ਮੈਂ ਚੰਗਾ, ਮੇਰੇ ਵਰਗਾ ਬੰਦਾ ਚੰਗਾ ਨਹੀਂ, ਮਾਰੇ ਕਹਿੰਦੇ ਉਹਦੇ ਕੋਲ ਚੰਗਿਆਈ ਨਹੀਂ ਹੈਗੀ। ਚੰਗਿਆਈ ਸਾਡੇ ਕਰਮਾਂ ਤੋਂ, ਸਾਡੇ ਬੋਲਣ ਚੱਲਣ ਤੋਂ, ਸਾਡੇ ਬੈਠਣ ਉੱਠਣ ਤੋਂ ਚੰਗਿਆਈ ਇਹਦੇ ਵਿੱਚੋਂ ਪਤਾ ਹੋਣੀ ਚਾਹੀਦੀ ਹੈ। ਮਹਾਰਾਜ ਸਾਹਿਬ ਜੀ ਦੇ ਬਚਨ ਸੁਣ ਕੇ ਨਾ ਬਹਾਦਰ ਸ਼ਾਹ ਮੌਨ ਹੋ ਗਿਆ, ਚੁੱਪ ਹੋ ਗਿਆ ਕਿ ਮੇਰੇ ਕਰਮ ਦਾ ਮਹਾਰਾਜ ਨੂੰ ਪਤਾ ਹੈ। ਤੇ ਦ੍ਰਿਗ ਲੱਗ ਰਹਿ ਦਿਸ਼ਾ ਤ੍ਰਿਆ ਤੌਣ, ਪਰ ਫਿਰ ਵੀ ਨਾ ਜਿਹੜੀਆਂ ਅੱਖਾਂ ਦੀ ਆਪਣੀ ਸੀ ਨਾ, ਉਹਦੀ ਅੱਖਾਂ ਦੀ ਵੇਖਣੀ, ਉਹ ਉਸੇ ਬੱਚੀ ਦੇ ਵੱਲ ਤੱਕੀ ਜਾਂਦਾ ਹੈ। ਪਤਾ ਵੀ ਲੱਗ ਗਿਆ ਵੀ ਮਹਾਰਾਜ ਮੈਨੂੰ ਗੱਲ ਕਹਿ ਰਹੇ ਨੇ,
ਪਰ ਹੁਣ ਗੱਲ ਇੱਥੇ ਆਣ ਕੇ ਮੁੱਕਦੀ ਸੀ ਵੀ ਉਹਦੇ ਅੰਦਰ ਜਿਹੜੇ ਵਿਸ਼ੇ ਵਿਕਾਰਾਂ ਦੀ ਲਹਿਰ ਚੱਲਦੀ ਸੀ ਨਾ, ਦੌੜ ਚੱਲਦੀ ਪਈ ਸੀ, ਉਹ ਉਹਨੂੰ ਰੁਕਣ ਨਹੀਂ ਦਿੰਦੀ। ਫਿਰ ਵੀ ਨੀਵੀਂ ਜੀ ਪਾ ਲੈਂਦਾ, ਕਦੇ ਅੱਖਾਂ ਉੱਚੀਆਂ ਕਰ ਲੈਂਦਾ। ਉਹ ਸਿੱਖ ਦੀ ਬੱਚੀ ਜਿਹੜੀ ਬੈਠੀ ਉਹਦੇ ਵੱਲ ਵਾਰ-ਵਾਰ ਦੇਖਣ ਲੱਗ ਜਾਂਦਾ ਹੈ। ਅਪਰ ਪ੍ਰਸੰਗ ਏਕ ਦੋਇ ਕਹੈ, ਉਤਰੇ ਉਚਿਤ ਗੁਰੂ ਤੇ ਲਹੈ। ਉਹਨੇ ਹੋਰ ਪ੍ਰਸੰਗ ਗੱਲਾਂ ਬਾਤਾਂ ਮਹਾਰਾਜ ਜੀ ਦੇ ਨਾਲ ਕਰਨੀਆਂ ਸ਼ੁਰੂ ਕੀਤੀਆਂ ਵੀ ਇਹਨਾਂ ਗੱਲਾਂ ਬਾਤਾਂ ਵਿੱਚ ਮਹਾਰਾਜ ਨੂੰ ਪਰਚਾ ਕੇ ਰੱਖਦਾ, ਨਾਲੇ ਸਾਹਮਣੇ ਬੈਠੀ ਬੱਚੀ ਦੇ ਵੱਲ ਦੇਖਦਾ ਰਵਾਂਗਾ। ਉੱਤਰ ਉਚਿਤ ਗੁਰੂ ਤੇ ਲਹੈ, ਮਹਾਰਾਜ ਉਹਨੂੰ ਵਾਰ-ਵਾਰ ਜਿਹੜੀ ਗੱਲ ਪੁੱਛਦਾ ਉਹਨੂੰ ਉਚਿਤ ਦਿੰਦੇ, ਉੱਤਰ ਦਿੰਦੇ ਨੇ, ਬੜੇ ਚੰਗੀ ਤਰ੍ਹਾਂ ਦੇ ਨਾਲ ਸਮਝਾਉਂਦੇ ਹਨ। ਟਿਕ ਬੈਠਨ ਕਾਰਨ ਇਹ ਕਾਲ, ਕਰੇ ਵਾਰਤਾ ਕਿਸ ਕਿਸ ਖਿਆਲ। ਮਹਾਰਾਜ ਸਾਹਿਬ ਜੀ ਦੇ ਕੋਲ ਬੈਠਾ ਏ, ਦੇਰ ਤੱਕ ਮਹਾਰਾਜ ਜੀ ਦੇ ਕੋਲ ਬੈਠਾ ਰਿਹਾ। ਦੇਰ ਤੱਕ ਕੋਲ ਬੈਠਣ ਦੇ ਨਾਲ ਨਾ ਮਹਾਰਾਜ ਦੇ ਨਾਲ ਗੱਲਾਂ ਬਾਤਾਂ ਕਰਦਾ ਰਿਹਾ। ਤੇ ਕਰਹਿ ਵਾਰਤਾ ਕਿਸ ਕਿਸ ਖਿਆਲ, ਕੋਈ ਖਿਆਲ, ਕਦੀ ਕਿਸੇ ਤਰ੍ਹਾਂ ਦਾ, ਕੋਈ ਕਿਸੇ ਤਰ੍ਹਾਂ ਦਾ ਖਿਆਲ ਅਨੁਸਾਰ ਗੱਲਾਂ ਕਰਦਾ, ਪਰ ਖਿਆਲ ਉਹਦੀ ਅੰਦਰ ਦੀ ਭਾਵਨਾ ਜਿਹੜੀ ਸੀ ਨਾ, ਅੰਦਰ ਦੀ ਬਿਰਤੀ, ਉਹ ਬੱਚੀ ਦੇ ਵੱਲ ਹੈ। ਬਾਹਰੀ ਤੌਰ ਤੇ ਮਹਾਰਾਜ ਦੇ ਨਾਲ ਗੱਲਾਂ ਬਾਤਾਂ ਕਰਦਾ ਹੈ। ਚਿਤ ਕੀ ਗਤ ਸਤਿਗੁਰ ਨੇ ਜਾਨੀ, ਸ਼ਾਹ ਬਹਾਦਰ ਸਾਥ ਬਖਾਨੀ। ਹੁਣ ਮੇਰੇ ਮਾਲਕ ਨੇ ਸੱਚ ਗੱਲ ਜਾਣੀ ਸੀ ਤੇ ਉਹ ਅੰਤਰਜਾਮੀ ਨੇ ਜਾਣ ਲਿਆ ਵੀ ਬਹਾਦਰ ਸ਼ਾਹ ਸਾਨੂੰ ਗੱਲਾਂ 'ਚ ਭਰਮਾਉਣ ਦੀ ਕੋਸ਼ਿਸ਼ ਕਰਦਾ, ਪਰ ਇਹਦੀ ਅੰਦਰ ਦੀ ਨੀਤ ਖੋਟੀ ਹੈ। ਮਹਾਰਾਜ ਜਦੋਂ ਗੱਲਾਂ ਕਰਦੇ ਨਾ, ਸਤਿਗੁਰੂ ਜਾਣ ਗਏ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮਹਾਰਾਜ ਜਾਣ ਗਏ ਸ਼ਾਹ ਬਹਾਦਰ ਸਾਥ ਬਖਾਨੀ। ਫਿਰ ਬਹਾਦਰ ਸ਼ਾਹ ਦੇ ਨਾਲ ਮਹਾਰਾਜ ਨੇ ਗੱਲ ਸਾਂਝੀ ਕਰ ਲਈ ਵੀ ਹੁਣ ਇਹਨੂੰ ਪੁੱਛ ਹੀ ਲੈਂਦੇ ਆ ਚੰਗੀ ਤਰ੍ਹਾਂ, ਭਾਵੇਂ ਕਿ ਸਾਨੂੰ ਗੱਲਾਂ 'ਚ ਭਰਮਾਉਂਦਾ ਪਿਆ, ਪਰ ਇਹਨੂੰ ਇਹਦੇ ਅੰਦਰ ਦੀ ਗੱਲ ਨੂੰ ਬਾਹਰ ਕਢਾਉਣੇ, ਇਹਦੇ ਮੁਖ ਤੋਂ ਕਢਾ ਲੈਂਦੇ ਆ। ਮਹਾਰਾਜ ਸਾਹਿਬ ਜੀ ਨੇ ਬਹਾਦਰ ਸ਼ਾਹ ਨੂੰ ਕਹਿਣਾ ਕੀਤਾ ਹੈ, ਚਿਤ ਤੇਰੋ ਤ੍ਰਿਆ ਪਰ ਬਿਰਮਾਇਓ, ਜੇ ਚਾਹਤ ਇਹ ਸੱਚ ਬਤਾਇਓ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਬਹਾਦਰ ਸ਼ਾਹ ਇੱਕ ਗੱਲ ਸੱਚ ਦੱਸ ਵੀ ਜਿਹੜਾ ਤੇਰਾ ਚਿੱਤ ਆ ਨਾ, ਉਹ ਉਸ ਬੱਚੀ ਦੇ ਵੱਲ ਭਰਮ ਗਿਆ ਹੈ। ਉਹ ਬੱਚੀ ਦਾ ਰੂਪ ਦੇਖ ਕੇ ਨਾ ਤੇਰਾ ਭਰਮ ਜਿਹੜਾ ਚਿੱਤ ਭਰਮਿਆ ਪਿਆ ਹੈ। ਜੇ ਚਾਹਤ ਦਿਓ ਸਾਚ ਬਤਾਇਓ, ਜੇ ਚਾਹੁੰਦਾ ਨਾ ਵੀ ਸੱਚਮੁੱਚ ਗੱਲ ਸਾਡੇ ਨਾਲ ਕਰਨੀ ਚਾਹੁੰਦਾ ਜਾਂ ਸੱਚ ਦੱਸਣਾ ਚਾਹੁੰਦਾ, ਤੇ ਸਾਨੂੰ ਦੱਸ ਵੀ ਗੱਲ ਸੱਚ ਹੈ ਵੀ ਤੇਰਾ ਚਿੱਤ ਅੰਦਰੋਂ ਉਸ ਬੱਚੀ ਦੇ ਰੂਪ ਨੂੰ ਵੇਖ ਕੇ ਲੁਭਾਏਮਨ ਹੋ ਗਿਆ, ਉਸ ਬੱਚੀ ਦੇ ਵੱਲ ਹੀ ਤੱਕੀ ਜਾਣਾ ਹੈ। ਕਪਟ ਨ ਧਰੋ ਸਮੀਪ ਹਮਾਰੀ, ਜਿਮ ਔਰ ਮੈਂ ਤਿਮ ਦੇਹੋ ਉਚਾਰੀ। ਮਹਾਰਾਜ ਕਹਿੰਦੇ ਸਾਡੇ ਸਾਹਮਣੇ ਕਪਟ ਨਾ ਕਰੀ ਕੋਈ। ਕਪਟ ਹੁੰਦਾ ਜੀ ਧਰੋ ਕਰਨਾ, ਧੋਖਾ ਕਰਨਾ, ਵੀ ਕਿਸੇ ਬੰਦੇ ਨੂੰ ਧੋਖਾ ਕਰ ਦੇਣਾ, ਗੱਲ ਕੁਝ ਹੋਰ ਹੋਣੀ ਤੇ ਕਰਨੀ ਕੁਝ ਹੋਰ। ਮਹਾਰਾਜ ਕਹਿੰਦੇ ਕਪਟ ਨਾ ਕਰੀ। ਧਰੋ ਸਮੀਪ ਹਮਾਰੀ, ਸਾਡੇ ਸਾਹਮਣੇ ਗੱਲ ਜਿਹੜੀ ਨਾ ਉਹ ਦੱਸ ਧਾਰਨ ਕਰ ਲਾ। ਜਿਮ ਔਰ ਮੈਂ ਤਿਮ ਦੇਹੋ ਉਚਾਰੀ, ਜਿਵੇਂ ਤੇਰੇ ਹਿਰਦੇ ਵਿੱਚ ਹੈ ਉਹ ਆਪਣੀ ਜ਼ੁਬਾਨ ਤੇ ਗੱਲ ਲਿਆ ਕੇ ਸਾਨੂੰ ਦੱਸਣਾ ਕਰ। ਡਰਤ ਸ਼ਾਹੋ ਕਰ ਜੋਰ ਬਖਾਨੀ, ਸਿਰ ਗੁਰ ਤੁਮ ਸੇ ਕਛੂ ਨ ਛਾਨੀ। ਹੁਣ ਡਰ ਗਿਆ ਜੀ ਮਹਾਰਾਜ ਤੋਂ ਵੀ ਮਹਾਰਾਜ ਤੇ ਜਾਣੀ ਜਾਣ ਨੇ ਮੇਰੇ ਅੰਦਰ ਦੀ ਗੱਲ ਨੂੰ ਫੜ ਲਿਆ। ਮਹਾਰਾਜ ਨੇ ਜਾਣ ਕੇ ਨਾ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਤੁਸੀਂ ਤਾਂ ਮੇਰੇ ਅੰਦਰ ਦੀ ਗੱਲ ਨੂੰ ਜਾਣ ਲਿਆ। ਸ਼੍ਰੀ ਗੁਰ ਤੁਮ ਤੇ ਕਛੂ ਨਾ ਛਾਨੀ, ਮਹਾਰਾਜ ਮੈਂ ਤੁਹਾਡੇ ਤੋਂ ਕੁਝ ਵੀ ਛੁਪਾ ਨਹੀਂ ਸਕਦਾ, ਲੁਕਾ ਨਹੀਂ ਸਕਦਾ। ਤੁਸੀਂ ਤੇ ਘਟ ਕੇ ਅੰਤਰ ਕੀ ਜਾਣ ਤੋਂ, ਹਾਂ ਮੇਰੇ ਹਿਰਦੇ ਦੀ ਗੱਲ ਨੂੰ ਤੁਸੀਂ ਫੜ ਲਿਆ ਹੈ। ਸਭ ਘਟ ਕੇ ਜਾਣਨ ਹਾਰੇ, ਕਰੈ ਦਰਾਉ ਸੋ ਮੂੜ ਵਿਚਾਰੇ। ਹੁਣ ਆਪਣੇ ਆਪ ਨੂੰ ਉਹਨੇ ਸਵੀਕਾਰ ਕਰ ਲਿਆ। ਇਹ ਵੀ ਗੱਲ ਬਹੁਤ ਵੱਡੀ ਜਿਹੜਾ ਬੰਦਾ ਸਵੀਕਾਰ ਕਰਦਾ ਹੈ, ਕਿਉਂਕਿ ਜਿਹੜਾ ਗੁਰੂ ਦੇ ਸਨਮੁਖ ਸਵੀਕਾਰ ਕਰ ਲੈਂਦਾ ਤੇ ਗੁਰੂ ਬਖਸ਼ ਦਿੰਦਾ ਹੈ। ਜਦੋਂ ਅਸੀਂ ਸਵੀਕਾਰ ਨਹੀਂ ਨਾ ਕਰਦੇ ਤੇ ਬਖਸ਼ੇ ਨਹੀਂ ਜਾਂਦੇ, ਕਿਉਂਕਿ ਅਸੀਂ ਆਪਣੇ ਆਪ ਨੂੰ ਆਪਣੀ ਅਕਲ ਮੁਤਾਬਕ ਅਸੀਂ ਆਪਣੇ ਸਿਆਣੇ ਸਮਝਦੇ ਹਾਂ, ਪਰ ਗੁਰੂ ਦੀ ਜਿਹੜੀ ਅਕਲ ਜਾਂ ਗੁਰੂ ਦੇ ਸਦਰਸ਼ ਆਪਾਂ ਕਦੇ ਨਹੀਂ ਪਹੁੰਚ ਸਕਦੇ। ਹੁਣ ਬਹਾਦਰ ਸ਼ਾਹ ਨੇ ਗੱਲ ਨੂੰ ਸਵੀਕਾਰ ਕਰ ਲਿਆ। ਕਹਿੰਦਾ ਮਹਾਰਾਜ ਮੈਂ ਤੁਹਾਡੇ ਤੋਂ ਕੀ ਲੁਕਾ ਸਕਦਾ, ਤੁਸੀਂ ਤੇ ਘਟ ਦੇ ਜਾਣਨ ਵਾਲੇ ਹੋ। ਕਰੋਂ ਦੁਰਾਏ ਸੋ ਮੂਡ ਵਿਚਾਰੇ, ਜਿਹੜਾ ਲੁਕਾ ਰੱਖਦਾ ਉਹ ਤੇ ਮੂਰਖ ਹੀ ਬਣਦਾ ਹੈ ਮਹਾਰਾਜ, ਤੇ ਮੈਂ ਤੁਹਾਡੇ ਤੋਂ ਲੁਕਾ ਨਹੀਂ ਕੋਈ ਰੱਖ ਸਕਦਾ। ਵੀ ਜੇ ਕੋਈ ਲੁਕਾ ਰੱਖਦਾ ਉਹ ਮੂਰਖ ਬੰਦਾ ਕਿਹਾ ਜਾਂਦਾ ਹੈ। ਹੀਰਤ ਹੀ ਬੇਮਿਓ ਮਨ ਮੇਰਾ, ਤਵ ਤੇ ਲਾਗੇ ਦ੍ਰਿਗ ਇਸ ਔਰਾ। ਹੁਣ ਬਹਾਦਰ ਸ਼ਾਹ ਨੇ ਪ੍ਰਵਾਨ ਕਰ ਲਿਆ ਵੀ ਮਹਾਰਾਜ ਜਦੋਂ ਤੋਂ ਇਸ ਬੱਚੀ ਨੂੰ ਮੈਂ ਵੇਖਿਆ ਨਾ, ਮੇਰਾ ਮਨ ਇਸ ਬੱਚੀ ਦੇ ਉੱਪਰ ਭਰਮ ਗਿਆ।
ਤਬ ਤੇ ਲਾਗੈ ਦ੍ਰਿਗ ਇਸ ਓਰਾ। ਉਦੋਂ ਤੋਂ ਲੈ ਕੇ ਇਸ ਬੱਚੀ ਦੇ ਸੁੰਦਰ ਸਰੂਪ ਨੂੰ ਮੈਂ ਦੇਖ ਰਿਹਾ ਹਾਂ। ਸੁਨਤ ਸਾਚ ਕੋ ਗੁਰੂ ਉਚਾਰਾ, ਜੇ ਲੋਭਿਓ ਮਨ ਇਉ ਤੁਹਾਰਾ। ਮਹਾਰਾਜ ਨੇ ਸੱਚ ਗੱਲ ਸੁਣ ਲਈ ਹੁਣ ਵੀ ਇਹਨੇ ਸੱਚੀ ਸੱਚੀ ਗੱਲ ਆਪਣੇ ਅੰਦਰ ਦੀ ਗੱਲ ਜਿਹੜੀ ਸੀ ਜ਼ਬਾਨ ਤੇ ਲਿਆ ਕੇ ਸਾਡੇ ਸਨਮੁਖ ਕਹਿ ਦਿੱਤੀ ਹੈ। ਜੇ ਲੋਭਿਓ ਮਨ ਏਵ ਤੁਹਾਰਾ, ਮਹਾਰਾਜ ਕਹਿੰਦੇ ਤੇ ਤੇਰਾ ਮਨ ਇਸ ਪ੍ਰਕਾਰ ਜੇ ਲੁਭਾਏ ਮਨ ਹੋਇਆ ਹੈ। ਸੰਜ ਸਮੈ ਹਮ ਦੇਹ ਪੁਚਾਈ, ਪੁਰੋ ਕਾਮਨਾ ਆਪਨ ਸਥਾਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਸ ਲੜਕੀ ਵਾਲੀ ਕੀ ਵੇਖੀ ਜਾਣਾ, ਇਹ ਸਿੱਖ ਦੀ ਬੱਚੀ ਹੈ, ਬੜਾ ਸੁੰਦਰ ਸਰੂਪ ਹੈ, ਸੁਸ਼ੀਲ ਸੁਭਾਅ ਵਾਲੀ, ਤੂੰ ਇਹਨੂੰ ਵੇਖ ਕੇ ਲੁਭਾਏ ਮਨ ਹੋਇਆ। ਜੇ ਤੇਰਾ ਮਨ ਲੁਭਾਏ ਮਨ ਹੋ ਗਿਆ, ਜਾ ਅਸੀਂ ਤੇਰੇ ਕੋਲ ਭੇਜ ਦਿੰਦੇ ਆ। ਮਹਾਰਾਜ ਦਾ ਬਚਨ ਹੁਣ ਹਰ ਕੋਈ ਸੁਣ ਕੇ ਹੈਰਾਨ ਹੁੰਦਾ ਵੀ ਮਹਾਰਾਜ ਇਹੋ ਜਿਹਾ ਬਚਨ ਕਰ ਦਿੰਦੇ ਨੇ ਕਿਤੇ, ਪਰ ਇਹਦੇ ਵਿੱਚ ਵੀ ਬੜੀ ਮਹਾਰਾਜ ਦੀ ਰਮਜ ਹੁੰਦੀ ਹੈ। ਕਿਉਂਕਿ ਕਈ ਵਾਰ ਨਾ ਪਾਤਸ਼ਾਹ ਜੀ ਸਿੱਧੇ ਮਾਰਗ ਤੇ ਤੋਰਨ ਵਾਸਤੇ ਵੀ ਇਦਾਂ ਦੇ ਕੌਤਕ ਕੀਤੇ ਮਹਾਰਾਜ ਨੇ। ਸਤਿਗੁਰੂ ਕਹਿੰਦੇ ਚੰਗਾ ਜੀ ਤੇਰਾ ਇਹੀ ਮਨ ਹੈ ਨਾ, ਜਾਂ ਫਿਰ ਕੋਈ ਗੱਲ ਨਹੀਂ, ਪਰੋਂ ਕਾਮਨਾ ਆਪਣ ਸਥਾਈ, ਅਸੀਂ ਤੇਰੇ ਮਹਿਲਾਂ ਵਿੱਚ ਭੇਜ ਦਿੰਦੇ ਹਾਂ। ਜਦੋਂ ਇਹ ਬਚਨ ਕਿਹਾ ਤੇ ਸਾਰੇ ਸੁਣ ਕੇ ਹੈਰਾਨ ਹੋ ਗਏ ਹਨ। ਹਰਖਤ ਸ਼ਾਹ ਉਠਿਓ ਕਰ ਨਮੋ, ਪਹੁੰਚੋ ਜਾਏ ਪਰ ਤੀਖਤ ਸਮੋ। ਸ਼ਾਹ ਜਿਹੜਾ ਬਹਾਦਰ ਸ਼ਾਹ ਸੀ ਬੜਾ ਖੁਸ਼ ਹੋ ਗਿਆ ਵੀ ਮਹਾਰਾਜ ਨੇ ਤੇ ਮੇਰੀ ਗੱਲ ਮੰਨ ਲਈ, ਤੇ ਆਪਣੇ ਮਹਿਲਾਂ 'ਚ ਆਪਣੇ ਘਰ ਜਾ ਕੇ ਹੁਣ ਡੀਕਣ ਲੱਗਿਆ ਹੈ। ਸਿੱਖ ਕੀ ਸੁਤਾ ਬੰਦ ਕਰ ਹਾਥ, ਸ਼੍ਰੀ ਪ੍ਰਭ ਕਹਾਂ ਕਰੀ ਮੁਝ ਸਾਥ। ਹੁਣ ਮਹਾਰਾਜ ਸਿੱਖ ਦੀ ਬੇਟੀ ਹੱਥ ਜੋੜਦੀ ਹੈ, ਕਿਉਂਕਿ ਮਹਾਰਾਜ ਜਿਹੜਾ ਨਾ ਗੁਰੂ ਸਾਹਿਬ ਜੀ, ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਖ ਭਿਭਜ ਖਲੇ, ਸਭੋ ਭੱਜੇ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੈ ਨਾ ਤਤੀ ਵਾਓ, ਸਾਹਿਬ ਨਿਤਾਣਿਆਂ ਕਾ ਤਾਣ ਹੈ। ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਵੀ ਮਹਾਰਾਜ ਮੈਂ ਤਾਂ ਤੁਹਾਡੇ ਚਰਨਾਂ ਵਿੱਚ ਬੈਠੀ ਹਾਂ, ਸ਼੍ਰੀ ਪ੍ਰਭ ਕਹਾਂ ਕਰੀ ਮੁਝ ਸਾਥ, ਹੀ ਮੇਰੇ ਨਾਲ ਕੀ ਗੱਲ ਕਰ ਦਿੱਤੀ। ਬੱਚੀ ਨੇ ਵੀ ਅਰਦਾਸ ਕੀਤੀ ਮਹਾਰਾਜ ਮੇਰੀ ਪੱਤ ਇੱਜ਼ਤ ਤੁਹਾਡੇ ਹੱਥ ਵਿੱਚ ਹੈ, ਇਹ ਕੀ ਤੁਸੀਂ ਬਚਨ ਕੀਤਾ ਹੈ। ਧਰਮ ਅਵਾਰਨ ਹਿਤ ਤੁਮ ਧਿਆਵੇਂ, ਅਣਕ ਬਿਗਨ ਤੇ ਜਨਨ ਬਚਾਵੇਂ। ਮਹਾਰਾਜ ਜੀ ਮੈਂ ਆਪਣੇ ਧਰਮ ਨੂੰ ਉਬਾਰਨ ਵਾਸਤੇ ਨਾ, ਜਿਹੜਾ ਮੇਰਾ ਧਰਮ ਹੈ ਇਸ ਧਰਮ ਨੂੰ ਉਬਾਰਨ ਵਾਸਤੇ ਤੇ ਮੈਂ ਤੁਹਾਡੇ ਚਰਨਾਂ 'ਚ ਅਰਦਾਸਾਂ ਕਰਦੀ ਹਾਂ, ਰਿਤਾ ਪ੍ਰਤੀ ਤੁਹਾਨੂੰ ਧਿਆਉਂਦੀ ਹਾਂ। ਅਣਕ ਬਿਗਨ ਤੇ ਜਨਨ ਬਚਾਵੇਂ, ਆਪਣੇ ਸੇਵਕਾਂ ਨੂੰ ਅਨੇਕਾਂ ਬਿਗਨਾਂ ਤੋਂ ਤੁਸੀਂ ਬਚਾਉਂਦੇ ਹੋ, ਤੇ ਮੇਰੇ ਤੇ ਵੀ ਬਿਗਨ ਆਣ ਪਿਆ ਹੈ। ਮਹਾਰਾਜ ਮੇਰੀ ਅਰਦਾਸ ਤੇ ਤੁਹਾਡੇ ਚਰਨਾਂ ਵਿੱਚ ਹੈ। ਮੇਰੋ ਧਰਮ ਆਪ ਕਿਉਂ ਨਾਸ਼ਾ, ਤੁਰਕ ਸੰਗ ਹੋਏ ਮੇਲ ਪ੍ਰਕਾਸ਼ਾ। ਮਹਾਰਾਜ ਮੇਰਾ ਧਰਮ ਕਿਉਂ ਨਾਸ਼ ਹੋ ਰਿਹਾ ਹੈ, ਮੇਰਾ ਧਰਮ ਕਿਉਂ ਨਾਸ਼ ਕੀਤਾ ਵੀ ਇਸ ਤੁਰਕ ਦੇ ਨਾਲ ਮੇਰਾ ਮੇਲ ਹੋਵੇ। ਮਹਾਰਾਜ ਕਿਰਪਾ ਕਰ ਦਿਓ, ਤੁਸੀਂ ਮੇਰੀ ਪਤ ਇੱਜ਼ਤ ਦੇ ਰਾਖੇ ਹੋ, ਤੁਸੀਂ ਮੇਰੀ ਪਤ ਇੱਜ਼ਤ ਬਚਾਉਣ ਵਾਲੇ ਹੋ, ਆਪ ਹੀ ਕਿਰਪਾ ਕਰਿਓ ਜੀ। ਮਹਾ ਚੇਤੇ ਉਪਜੀ ਚਿਤ ਮਾਹੀ, ਗੁਰ ਕੇ ਕਹੋ ਜਾਓ ਜੇ ਨਾਹੀ। ਹੁਣ ਮਹਾ ਚਿੱਤ ਜਿਹੜੀ ਚਿੰਤਾ ਸੀ ਨਾ, ਮਹਾ ਚਿੰਤ ਬਹੁਤ ਵੱਡੀ ਚਿੰਤਾ ਉਸ ਬੱਚੀ ਦੇ ਮਨ ਵਿੱਚ ਪੈਦਾ ਹੋ ਗਈ। ਨਾਲੇ ਇਹ ਸੋਚਦੀ ਵੀ ਗੁਰ ਕੇ ਕਹੇ ਜਾਉ ਕਿ ਨਹੀਂ, ਗੁਰੂ ਦੇ ਕਹੇ ਅਨੁਸਾਰ ਮੈਂ ਜਾਵਾਂ ਕਿ ਨਾ ਜਾਵਾਂ। ਕਿਉਂਕਿ ਇਹਦੇ ਵਿੱਚ ਵੀ ਬੜਾ ਇੱਕ ਵੱਡਾ ਰਾਜ, ਬੜੀ ਵੱਡੀ ਮਹਾਰਾਜ ਨੇ ਬਖਸ਼ਿਸ਼ ਕਰਨੀ ਹੁੰਦੀ ਹੈ। ਸਤਿਗੁਰੂ ਦੇ ਬਖਸ਼ਿਸ਼ ਨੂੰ ਵੀ ਲੈਣਾ ਹੈ ਤੇ ਪਤ ਇੱਜ਼ਤ ਵੀ ਬਚਾਉਣੀ ਹੈ। ਮਹਾਰਾਜ ਮੈਂ ਕਿਵੇਂ ਕਰਾਂ, ਅੰਦਰੇ ਅੰਦਰ ਸੋਚਦੀ, ਚਿੰਤਾ ਵਿੱਚ ਸੋਚਦੀ ਵੀ ਕਿਵੇਂ ਕਰਾਂ, ਮਹਾਰਾਜ ਦਾ ਬਚਨ ਟਾਲਾਂ ਕਿ ਨਾ ਟਾਲਾਂ। ਇੱਦਾਂ ਦੇ ਬਚਨ ਆਪਣੇ ਅੰਦਰ ਚਿੰਤਾਤਰ ਹੋ ਕੇ ਸੋਚਦੀ ਪਈ ਹੈ। ਮਹਾ ਦੋਸ਼ ਮੇਰੇ ਸਿਰ ਸੋਏ, ਜਾਉ ਜੇ ਧਰਮ ਵਿਨਾਸ਼ੀ ਹੋਏ। ਇਹ ਨਾ ਮੇਰੇ ਸਿਰ ਤੇ ਵੱਡਾ ਦੋਸ਼ ਬਣ ਜਾਣਾ, ਜਾਉ ਜੇ ਮੈਂ ਜਾਨੀ ਹਾਂ ਧਰਮ ਵਿਨਾਸ਼ੀ ਸੋਏ, ਤੇ ਮੇਰਾ ਧਰਮ ਵੀ ਨਾਸ਼ ਹੁੰਦਾ ਹੈ ਪਰ ਜੇ ਜਾਵਾਂਗੀ ਤੇ ਮੇਰਾ ਧਰਮ ਨਾਸ਼ ਹੁੰਦਾ ਹੈ। ਜੇ ਮੈਂ ਹੁਕਮ ਨਹੀਂ ਮੰਨਦੀ ਫਿਰ ਵੀ ਮੈਂ ਗੁਰੂ ਵੱਲੋਂ ਗਈ। ਮਹਾਰਾਜ ਕੀ ਕੌਤਕ ਵਰਤਾ ਦਿੱਤਾ ਇਹੋ ਜਿਹਾ, ਸੋਚਾਂ ਵਿੱਚ ਪੈ ਗਈ ਉਹ ਬੱਚੀ, ਤੇ ਆਪਣੇ ਅੰਦਰੇ ਅੰਦਰ ਸੋਚਦੀ ਤੇ ਨਾਲੇ ਆਪਣੇ ਵਲਵਲੇ ਗੁਰੂ ਦੇ ਅੱਗੇ ਕਹੀ ਜਾਂਦੀ ਹੈ, ਸਤਿਗੁਰੂ ਜੀ ਕਿਰਪਾ ਕਰੋ, ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਅਰਦਾਸ ਕਰਦੀ ਵੀ ਮਹਾਰਾਜ ਕਿਹੜੀ ਕਸਵੱਟੀ 'ਚ ਪਾ ਦਿੱਤਾ, ਕਿਹੜੀ ਪਰਖ ਵਿੱਚ ਪਾ ਦਿੱਤਾ, ਇਹਦੇ 'ਚ ਕੀ ਹੈ, ਕਿਹੜੀ ਪਰਖ ਵਿੱਚ ਪੈ ਗਈ ਮੈਂ। ਆਪਣੇ ਆਪ ਦੇ ਨਾਲ ਸਵਾਲ ਕਰਦੀ ਹੈ, ਉਧਰੋਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੀ ਹੋਈ ਬੱਚੀ ਇਸ ਤਰ੍ਹਾਂ ਕਹਿੰਦੀ ਹੈ। ਸੁਨ ਕਰ ਸ਼੍ਰੀ ਮੁਖ ਤੇ ਬਿਗਸਾਨੇ, ਸਾਧ ਸਾਧ ਤੇ ਸਾਥ ਵਖਾਨੇ। ਜਦੋਂ ਉਸ ਬੱਚੀ ਤੋਂ ਸੁਣਿਆ ਨਾ ਮਹਾਰਾਜ ਨੇ ਤੇ ਸਤਿਗੁਰੂ ਜੀ ਮੁਸਕਰਾ ਪਏ। ਮਹਾਰਾਜ ਮੁਸਕਰਾਏ ਤੇ ਨਾਲ ਬਚਨ ਕਿਹਾ, ਕਹਿੰਦੇ ਸਾਧ ਸਾਧ
ਸਾਧ ਹੁੰਦਾ ਜੀ ਸ਼ਾਬਾਸ਼, ਸ਼ਾਬਾਸ਼ ਬੱਚੀਏ, ਸ਼ਾਬਾਸ਼ ਪੁੱਤਰੀ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਸੰਗਲਾ ਦੀ ਵਿੱਚ ਇਹੀ ਕਿਹਾ ਸੀ, ਗਾਸ਼ੋ ਪੁੱਤਰੀ ਰਾਜ ਕੁਵਾਰ, ਨਾਮ ਭਣੋ ਸੱਚ ਦੋਤ ਉਪਾਰ। ਉੱਥੇ ਵੀ ਮਹਾਰਾਜ ਨੇ ਕਿਹਾ ਸੀ, ਪੁੱਤਰੀਓ ਰਾਜ ਕੁਮਾਰੀ ਆਪਣਾ ਕੁਵਾਰਾਪਣ ਸੰਭਾਲੋ। ਅਤੇ ਉਹ ਜਿਹੜੀਆਂ ਨਿਰਤਕਾਰੀਆਂ ਸੀ ਨਾ, ਉਹ ਬੜੀਆਂ ਹੈਰਾਨ ਹੋਈਆਂ ਵੀ ਸਾਨੂੰ ਅੱਜ ਤੱਕ ਕਿਸੇ ਨੇ ਪੁੱਤਰੀ ਨਹੀਂ ਕਿਹਾ ਸੀ। ਇਹ ਮਹਾਂਪੁਰਸ਼ ਆਏ ਨੇ, ਇਹ 7 ਤੱਤ ਬੇਤੇ ਆਏ ਜਿਨ੍ਹਾਂ ਦੇ ਮੁਖ ਤੋਂ ਪੁੱਤਰੀ ਸ਼ਬਦ ਨਿਕਲਿਆ ਹੈ। ਨਹੀਂ ਤਾਂ ਅੱਜ ਤੱਕ ਸਾਨੂੰ ਭੈੜੀਆਂ ਅੱਖਾਂ ਦੇ ਨਾਲ ਹੀ ਵੇਖਿਆ, ਭੈੜੀ ਸੁਰਤ ਦੇ ਨਾਲ ਸਾਡੇ ਅੰਗ, ਸਾਡਾ ਸਰੀਰ ਹੀ ਤੱਕਦੇ ਰਹੇ, ਸਾਨੂੰ ਕਿਸੇ ਨੇ ਅੱਜ ਤੱਕ ਪੁੱਤਰੀ ਨਹੀਂ ਕਿਹਾ ਸੀ। ਪਰ ਗੁਰੂ ਨਾਨਕ ਸਾਹਿਬ ਨੇ ਪੁੱਤਰੀ ਕਹਿ ਦਿੱਤਾ। ਇੱਥੇ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਸ਼ਾਬਾਸ਼ ਪੁੱਤਰੀ, ਸ਼ਾਬਾਸ਼ ਉਸ ਲੜਕੀ ਨੂੰ ਕਿਹਾ, ਸ਼ਾਬਾਸ਼, ਸ਼ਾਬਾਸ਼ ਦਿੱਤੀ ਵੀ ਤੂੰ ਆਪਣੇ ਧਰਮ ਨੂੰ ਰੱਖਣ ਵਾਸਤੇ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੀ, ਗੁਰੂ ਨੂੰ ਧਿਆ ਰਹੀ ਹੈ, ਆਪਣਾ ਧਰਮ ਕਾਇਮ ਰੱਖ ਰਹੀ ਹੈ, ਆਪਣਾ ਧਰਮ ਕੁਆਰਾਪਣ, ਆਪਣਾ ਧਰਮ ਜਿਹੜਾ ਹੈ ਉਹਨੂੰ ਬਚਾਉਣ ਵਾਸਤੇ ਤੂੰ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੀ ਪਈ। ਮਹਾਰਾਜ ਨੇ ਸ਼ਾਬਾਸ਼ ਕਹਿਣਾ ਕੀਤਾ ਹੈ ਜੀ। ਗਮਨੋ ਤੇਠਾ ਕਹੇ ਹਮਾਰੇ, ਤੋਹੇ ਧਰਮ ਕੇ ਹਮ ਰਖਵਾਰੇ। ਮਹਾਰਾਜ ਨੇ ਸ਼ਾਬਾਸ਼ ਦੇ ਕੇ ਕਿਹਾ, ਬੱਚੀ ਜਾ ਪੁੱਤਰੀ, ਸਾਡੇ ਕਹਿ ਅਨੁਸਾਰ ਚਲੀ ਜਾ, ਤੇਰੇ ਧਰਮ ਦੇ ਅਸੀਂ ਰਖਵਾਲੇ ਹਾਂ, ਤੇਰੀ ਪਦ ਇੱਜ਼ਤ ਨੂੰ ਕਦੇ ਦਾਗ ਨਹੀਂ ਲੱਗਣ ਦੇਵਾਂਗੇ। ਸ਼ਾਹੋ ਏਕ ਨਰ ਤਿਆਗ ਸੋ ਗਇਓ, ਏਕ ਸਿੱਖ ਸ੍ਰੀ ਗੁਰੂ ਸੰਗ ਦਇਓ। ਜਿਹੜਾ ਬਹਾਦਰ ਸ਼ਾਹ ਨੇ ਆਪਣਾ ਇੱਕ ਸਿਪਾਹੀ ਛੱਡ ਕੇ ਗਿਆ ਸੀ, ਇੱਕ ਸਿੱਖ ਮਹਾਰਾਜ ਨੇ ਆਪਣਾ ਨਾਲ ਤੋਰਿਆ। ਦੋਨਾਂ ਦੇ ਵਿਚਾਲੇ ਲੜਕੀ ਜਿਹੜੀ ਸੀ ਬਹਾਦਰ ਸ਼ਾਹ ਦੇ ਘਰ ਵੱਲ ਨੂੰ, ਮਹਿਲਾ ਵੱਲ ਨੂੰ ਤੁਰ ਪਈ ਹੈ। ਦੋਨੋਂ ਕੇ ਮਦ ਹੋਏ ਕਰ ਚਾਲੀ, ਗੁਰੂ ਬਾਕਤੇ ਕਿਉਂ ਨ ਟਾਲੇ। ਹੁਣ ਦੋਨਾਂ ਦੇ ਇੱਕ ਪਾਸੇ ਬਹਾਦਰ ਸ਼ਾਹ ਦਾ ਸਿਪਾਹੀ ਹੈ, ਇੱਕ ਪਾਸੇ ਗੁਰੂ ਕਾ ਸਿੱਖ ਹੈ, ਵਿਚਾਲੇ ਉਹ ਲੜਕੀ ਤੁਰ ਪਈ ਹੈ ਤੇ ਨਾਲ ਨਾਲ ਗੁਰੂ ਨੂੰ ਯਾਦ ਕਰਦੀ ਜਾਂਦੀ, ਗੁਰੂ ਬਾਗ ਤੇ ਕਿਉਂ ਨਾ ਟਲੀ। ਗੁਰੂ ਜੀ ਦੇ ਬਚਨਾਂ ਨੂੰ ਕਿਸੇ ਵੀ ਪ੍ਰਕਾਰ ਦੇ ਨਾਲ ਉਹਨੇ ਟਾਲਿਆ ਨਹੀਂ, ਗੁਰੂ ਦੇ ਬਚਨਾਂ ਨੂੰ 7 ਬਚਨ ਕਹਿ ਕੇ ਚੱਲ ਪਈ ਹੈ। ਆਗੇ ਸ਼ਾਹ ਪਰ ਤੀਖਤ ਬੈਸਾ, ਲੱਗੇ ਘਾਵ ਪੀੜਤ ਹੋਵੇ ਜੈਸਾ। ਅੱਗੇ ਨਾ ਜਿਹੜਾ ਬਹਾਦਰ ਸ਼ਾਹ ਸੀ ਉਹ ਡੀਕਦਾ ਪਿਆ ਸੀ, ਇਉਂ ਡੀਕਦਾ ਪਿਆ ਜਿਵੇਂ ਕੋਈ ਬਹੁਤ ਜ਼ਖਮੀ ਬੰਦਾ ਨਾ ਦੁੱਖ ਦੇ ਨਾਲ ਪੀੜਿਆ ਪਿਆ ਹੁੰਦਾ ਨਾ, ਪੀੜਿਆ ਹੁੰਦਾ, ਉਹਨੂੰ ਦੁੱਖ ਸਤਾਈ ਜਾਂਦੇ ਹੈ। ਹੁਣ ਕਾਮ ਵਾਸਨਾ ਦਾ ਪੀੜਿਆ ਬਹਾਦਰ ਸ਼ਾਹ ਇੱਦਾਂ ਦੁਖੀ ਹੋ ਕੇ ਉਸ ਸਿੱਖ ਦੀ ਬੱਚੀ ਦੀ ਉਡੀਕ ਕਰ ਰਿਹਾ ਹੈ। ਦਿਖੀ ਦੂਰ ਤੇ ਆਵਤ ਸੋ, ਦੋਨੋਂ ਦਿਸ਼ ਮੈਂ ਕੇ ਹਰ ਦੋ। ਜਦੋਂ ਸਾਹਮਣੇ ਦੇਖਿਆ ਨਾ ਬਹਾਦਰ ਸ਼ਾਹ ਨੇ ਵੀ ਉਹ ਬੱਚੀ ਤੁਰੀ ਆ ਰਹੀ ਹੈ, ਇੱਕ ਪਾਸੇ ਉਹਦੇ ਆਪਣਾ ਸਿਪਾਹੀ ਹੈ, ਦੂਜੇ ਪਾਸੇ ਗੁਰੂ ਕਾ ਸਿੱਖ ਆਉਂਦਾ ਸੀ। ਜਦੋਂ ਦੇਖਿਆ ਦੋਨੋਂ ਦਿਸ਼ ਮੈਂ ਕਿਹੋਰ ਦੋ, ਉਹਨੂੰ ਨਾ ਲੜਕੀ ਦੇ ਦੋਨਾਂ ਪਾਸਿਆਂ ਤੇ 2 ਸ਼ੇਰ ਦਿਸੇ। ਸਿਪਾਹੀ ਨਹੀਂ ਦਿਸਦਾ, ਨਾ ਸਿੱਖ ਦਿਸਦਾ ਹੈ, ਉਹਨੂੰ ਦੋਨਾਂ ਪਾਸਿਆਂ ਤੇ ਲੜਕੀ ਦੇ ਬੱਬਰ ਸ਼ੇਰ ਜਿਹੜੇ ਨਾ ਉਹ ਤੁਰੇ ਆਉਂਦੇ ਹੋਏ ਦਿਸਦੇ ਹਨ। ਪਕਰੇ ਕਾਰ ਦੋਹਨ ਤੇ ਆਵਤ, ਸ਼ਾਹ ਬਹਾਦਰ ਦਿਖ ਪੈ ਪਾਵਤ। ਹੁਣ ਉਹਨੇ ਕੀ ਵੇਖਿਆ ਬਹਾਦਰ ਸ਼ਾਹ ਨੇ ਵੀ ਉਹ ਸ਼ੇਰਾਂ ਦੇ ਕੰਨ ਫੜੇ, ਲੜਕੀ ਨੇ ਦੋਨਾਂ ਸ਼ੇਰਾਂ ਦੇ ਕੰਨ ਫੜੇ ਹੈ। ਤੇ ਬਹਾਦਰ ਸ਼ਾਹ ਦੇਖਦਾ ਵੀ ਕਮਾਲ ਦੀ ਲੜਕੀ ਹੈ, ਕਮਾਲ ਦਾ ਸਾਧਾ ਇਹਦਾ, ਕਮਾਲ ਦੀ ਸ਼ਕਤੀ ਇਹਦੀ ਵੀ ਸ਼ੇਰ ਜਿਹੜਾ ਬੰਦੇ ਨੂੰ ਖਾ ਜਾਂਦਾ ਹੈ, ਇਹ ਲੜਕੀ ਸ਼ੇਰਾਂ ਦੇ ਕੰਨ ਫੜ ਕੇ ਮੇਰੇ ਵੱਲ ਨੂੰ ਲੈ ਕੇ ਤੁਰੀ ਆ ਰਹੀ ਹੈ। ਇਹ ਬੜ ਜ਼ਾਲਮ ਤ੍ਰਿਆ ਨਿਹਾਰੀ, ਪਹੁੰਚੈ ਨਿਕਟ ਦੇ ਮੁਝ ਮਾਰੇ। ਉਹਨੇ ਬਹਾਦਰ ਸ਼ਾਹ ਡਰ ਗਿਆ ਤੇ ਆਪਣੇ ਅੰਦਰ ਸੋਚਣ ਲੱਗਿਆ ਵੀ ਇਹ ਵੱਡੀ ਜ਼ਾਲਮ, ਇਹ ਇਸਤਰੀ ਜਿਹੜੀ ਆ ਰਹੀ ਨਾ, ਬੱਚੀ ਕਹਿੰਦਾ ਬਹੁਤ ਵੱਡੀ ਤਾਕਤਵਰ ਕੋਈ ਜ਼ਾਲਮ ਹੈ ਜਿਹੜੀ ਮੈਨੂੰ ਮਾਰਨ ਵਾਸਤੇ ਆ ਰਹੀ, ਇਹਦੇ ਨਾਲ ਸ਼ੇਰ 2 ਤੁਰੇ ਆਉਂਦੇ ਹੈ। ਪਹੁੰਚੇ ਨਿਕਟ ਦੇਹ ਮੁਝ ਮਾਰੀ, ਅੰਦਰੇ ਅੰਦਰ ਡਰ ਗਿਆ ਵੀ ਜੇ ਮੇਰੇ ਕੋਲ ਆ ਗਈ ਨਾ ਇਹ ਲੜਕੀ, ਇਹਨੇ ਮੈਨੂੰ ਮਾਰ ਦੇਣਾ, ਖਤਮ ਕਰ ਦੇਣਾ ਹੈ। ਜਿਉਂ ਜਿਉਂ ਨਿਕਟ ਆਏ ਡਰ ਧਾਰਤ, ਦੇਤ ਨਰਨ ਕੋ ਹੱਥ ਇਸ਼ਾਰਤ। ਜਿਵੇਂ ਜਿਵੇਂ ਉਹ ਲੜਕੀ ਅੱਗੇ ਨੂੰ ਤੁਰੀ ਆਉਂਦੀ, ਸ਼ੇਰ ਨਾਲ ਨਾਲ ਤੁਰੇ ਆਉਂਦੇ ਤੇ ਬਹਾਦਰ ਸ਼ਾਹ ਡਰਨ ਲੱਗ ਪਿਆ। ਡਰਦਾ ਡਰਦਾ ਆਪਣੇ ਜਿਹੜੇ ਸਿਪਾਹੀ ਖਲੋਤੇ ਉਹਨਾਂ ਨੂੰ ਇਸ਼ਾਰਾ ਕਰਨ ਲੱਗ ਪਿਆ ਵੀ ਇਹ ਲੜਕੀ ਨੂੰ ਪਿੱਛੇ ਮੋੜੋ, ਮੈਨੂੰ ਖਾ ਜਾਵਣਗੇ ਸ਼ੇਰ, ਇਹ ਲੜਕੀ ਮੈਨੂੰ ਇੱਥੇ ਮਾਰ ਮਕਾਵੇਗੀ। ਸ਼ੀਗਰ ਜਾਓ ਇਸ ਲੈ ਪਛਾਤੇ, ਦੀਰਘ ਪੂਰਾ ਮੈਂ ਇਸ ਜਾਤੇ। ਹੁਣ ਬਹਾਦਰ ਸ਼ਾਹ ਕਹਿੰਦਾ ਵੀ ਛੇਤੀ ਕਰੋ, ਇਹਨੂੰ ਪਿੱਛੇ ਲੈ ਕੇ ਜਾਓ, ਦੀਰਘ ਕਰੂਰਾ ਮੈਂ ਇਹ ਜਾਤੀ। ਮੈਂ ਜਾਣ ਲਿਆ ਵੀ ਵੱਡੀ ਕਰੂੜ ਹੈ, ਭਿਆਨਕ ਰੂਪ ਵਾਲੀ ਹੈ, ਇਹਦੇ ਨਾਲ ਸ਼ੇਰ ਆ ਰਹੇ ਨੇ, ਇਹਦਾ ਸਰੂਪ ਦੇਖ ਰਹੇ ਬੜਾ ਭਿਆਨਕ ਹੈ।
ਭਿਆਨਕ ਸਰੂਪ ਮੈਨੂੰ ਡਰਾਉਂਦਾ ਏ। ਸ਼ੇਰ ਮੈਨੂੰ ਡਰਾਉਂਦੇ, ਛੇਤੀ ਦੇ ਨਾਲ ਇਹਨੂੰ ਪਿੱਛੇ ਲੈ ਕੇ ਜਾਵੋ। ਦੂਤ ਸ਼ਾਹੋ ਕੇ ਅਰ ਸਿੱਖ ਦੋ, ਸ਼ਾਹ ਇਸ਼ਾਰਤ ਕੋ ਲਖ ਸੋ। ਜਿਹੜੇ ਦੂਤ ਸੀ ਨਾ ਜੀ ਸ਼ਾਹ ਦਾ ਤੇ ਜਿਹੜਾ ਸਿੱਖ ਸੀ, ਉਹਨਾਂ ਨੇ ਇਸ਼ਾਰਾ ਸਮਝ ਲਿਆ, ਕਿਉਂਕਿ ਉਹ ਤਾਂ ਉਦਾਂ ਹੀ ਤੁਰੇ ਆ ਰਹੇ, ਪਰ ਬਹਾਦਰ ਸ਼ਾਹ ਨੂੰ ਸ਼ੇਰ ਦਿਸਦੇ ਪਏ ਸਨ। ਉਹਨਾਂ ਨੇ ਇਸ਼ਾਰਾ ਸਮਝ ਲਿਆ। ਸ਼ਾਹ ਇਸ਼ਾਰਤ ਕੋ ਲਖ ਸੋਊ, ਉਹਨਾਂ ਦੋਵਾਂ ਨੇ ਬਹਾਦਰ ਸ਼ਾਹ ਦੇ ਇਸ਼ਾਰੇ ਨੂੰ ਸਮਝ ਲਿਆ ਵੀ ਪਿੱਛੇ ਮੁੜਨ ਵਾਸਤੇ ਕਹਿ ਰਿਹਾ ਹੈ। ਤਤਸ਼ਨ ਪਿੱਛੇ ਦਈ ਹਟਾਏ, ਪਹੁੰਚੀ ਸ਼ਿਗਰ ਗੁਰੂ ਟਿਕ ਆਏ। ਉਸ ਸਿੱਖ ਨੇ ਤੇ ਉਸ ਦੂਤ ਨੇ ਨਾ ਬੜੀ ਛੇਤੀ ਦੇ ਨਾਲ ਉਸ ਲੜਕੀ ਨੂੰ ਪਿੱਛੇ ਵੱਲ ਨੂੰ ਮੋੜ ਲਿਆ। ਉਹ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਪਹੁੰਚ ਜਾਂਦੇ ਹਨ। ਧੰਨ ਧੰਨ ਕਹਿ ਪਾਇਨ ਪਰੇ, ਮਹਾ ਪਾਪ ਤੇ ਰਖਸ਼ਾ ਕਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਧੰਨ ਧੰਨ ਕਹਿੰਦਿਆਂ ਹੋਇਆਂ ਉਸ ਬੱਚੀ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਕਿਹਾ, ਦਾਤਾ ਤੂੰ ਮੇਰੀ ਰੱਖਿਆ ਕਰ ਲਈ, ਮੇਰੇ ਧਰਮ ਨੂੰ ਬਚਾਉਣ ਵਾਲਿਆ, ਮੇਰੀ ਰੱਖਿਆ ਕਰਨ ਵਾਲਿਆ, ਮੇਰੀ ਪਤ ਇੱਜ਼ਤ ਰੱਖਣ ਵਾਲਿਆ। ਦਾਤਿਆ ਅੱਜ ਮੇਰੀ ਤੂੰ ਪਤ ਇੱਜ਼ਤ ਰੱਖ ਲਈ ਹੈ, ਮਹਾਰਾਜ ਇਸ ਪਾਪੀ ਤੋਂ ਮੈਨੂੰ ਬਚਾ ਲਿਆ ਹੈ। ਇਦਾਂ ਦੇ ਬਚਨ ਜਦੋਂ ਉਸ ਬੱਚੀ ਨੇ ਕਹਿਣਾ ਕੀਤੇ ਹਨ ਜੀ। ਲੈ ਆਇਸ ਨਿਜ ਸਦਨ ਸਿਧਾਈ, ਗੁਰ ਮਹਿਮਾ ਕੋ ਜਹ ਕਹਿ ਗਾਏ। ਸਾਧ ਸੰਗਤ ਜੀ, ਉਹ ਬੱਚੀ ਨਾ ਆਪਣੇ ਸਤਿਗੁਰੂ ਤੋਂ ਆਗਿਆ ਲੈ ਕੇ ਆਪਣੇ ਘਰ ਨੂੰ ਚਲੀ ਜਾਂਦੀ ਤੇ ਜਿੱਥੇ ਕਿੱਥੇ ਵੀ ਗੁਰੂ ਦੀ ਮਹਿਮਾ ਗਾਇਨ ਕਰਦੀ ਵੀ ਗੁਰੂ ਬੜਾ ਸਮਰੱਥ ਹੈ, ਗੁਰੂ ਸਾਡੀ ਪਤ ਇੱਜ਼ਤ ਦਾ ਰਾਖਾ ਹੈ, ਗੁਰੂ ਸਾਡੀ ਪਤ ਇੱਜ਼ਤ ਢੱਕਣ ਵਾਲਾ ਵੀ ਹੈ, ਪਤ ਇੱਜ਼ਤ ਬਚਾਉਣ ਵਾਲਾ ਵੀ ਹੈ, ਗੁਰੂ ਧਰਮ ਦਾ ਰੱਖਿਅਕ ਹੈ। ਜਿੱਥੇ ਧਰਮ ਦਾ ਰੱਖਿਅਕ ਉੱਥੇ ਸਾਡੀ ਪਤ ਇੱਜ਼ਤ ਦਾ ਵੀ ਰੱਖਿਅਕ ਹੈ। ਸਤਿਗੁਰੂ ਜੀ ਦੀ ਮਹਿਮਾ ਜਿਹੜੀ ਉਹ ਬੱਚੀ ਨੇ ਆਪਣੇ ਗਾਮ, ਆਪਣੇ ਨਗਰ, ਆਸ-ਪਾਸ ਦੇ ਲੋਕਾਂ ਨੂੰ ਸਤਿਗੁਰੂ ਦੀ ਮਹਿਮਾ ਗਾਇਨ ਕਰਕੇ ਸੁਣਾਈ ਹੈ। ਸੁੰਦਰ ਉਪਮਨ ਮੈਂ ਗੁਰ ਥਿਰੇ, ਅਣਕ ਬਿਲਾਸ ਅੰਡ ਸੋ ਕਰੇ। ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਸੁੰਦਰ ਬਾਗ ਵਿੱਚ ਥੋੜਾ ਸਿਰ ਹੋਰ ਮਹਾਰਾਜ ਰੁਕੇ ਰਹੇ ਹਨ। ਬੜੇ ਅਨੇਕਾਂ ਪ੍ਰਕਾਰ ਦੇ ਵਿਲਾਸ, ਅਨੇਕਾਂ ਪ੍ਰਕਾਰ ਦੇ ਆਨੰਦ ਵਿਲਾਸ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਉਸ ਬਾਗ ਆਗਰੇ ਵਿੱਚ ਕਰਦੇ ਹਨ, ਉਹਨਾਂ ਨੇ ਹੋਰ ਕਈ ਤਰ੍ਹਾਂ ਦੇ ਉੱਥੇ ਮਹਾਰਾਜ ਨੇ ਕੌਤਕ ਰਚਾਏ ਹਨ। ਦੋਹਰਾ ਦਿਨ ਪੁਸ਼ਕਰ ਇਸ਼ਨਾਨ ਕੋ, ਗਏ ਲੋਕ ਸਮੰਦਾਏ। ਤਬੈ ਖਾਨ ਖਾਨਾ ਗਇਓ, ਸ਼ਾਹ ਬਹਾਦਰ ਥਾਏ। ਬਹਾਦਰ ਸ਼ਾਹ ਦੇ ਕੋਲ ਖਾਨਾ ਖਾਨ ਜਿਹੜਾ ਸੀ ਉਹ ਜਾਂਦਾ। ਉੱਧਰੋਂ ਪੁਸ਼ਕਰ ਦਾ ਮੇਲਾ ਆ ਜਾਂਦਾ ਜੀ, ਲੋਕ ਪੁਸ਼ਕਰ ਦੇ ਮੇਲੇ 'ਤੇ ਇਸ਼ਨਾਨ ਕਰਨ ਜਾਂਦੇ ਨੇ। ਖਾਨਾ ਖਾਨ ਬਹਾਦਰ ਸ਼ਾਹ ਦੇ ਨਾਲ ਕੁਝ ਵਿਚਾਰ ਕਰਦਾ ਤੇ ਬਹਾਦਰ ਸ਼ਾਹ ਪੁੱਛਦਾ ਵੀ ਗੁਰੂ ਸਾਹਿਬ ਵੀ ਜਾਣਗੇ ਪੁਸ਼ਕਰ ਦੇ ਇਸ਼ਨਾਨ 'ਤੇ। ਉਹ ਖਾਨਾ ਖਾਨ ਨੂੰ ਭੇਜਦਾ ਤੇ ਮਹਾਰਾਜ ਕੀ ਜਵਾਬ ਦਿੰਦੇ ਨੇ। ਅੱਗੋਂ ਬਹਾਦਰ ਸ਼ਾਹ ਕੀ ਸਵਾਲ ਕਰਦਾ ਹੈ, ਆਪਣੇ ਧਰਮ ਦਾ, ਹਿੰਦੂ ਧਰਮ ਦੀ ਗੱਲ ਕਰਕੇ ਕਿੱਦਾਂ ਦੇ ਸਵਾਲ ਕਰਦਾ। ਗੁਰੂ ਗੋਬਿੰਦ ਸਿੰਘ ਜੀ ਬਹਾਦਰ ਸ਼ਾਹ ਨੂੰ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਨੇ। ਅਗਲੇ ਪ੍ਰਸੰਗ ਵਿੱਚ ਆਪਾਂ ਸਰਵਣ ਕਰਾਂਗੇ। ਸਮਾਂ ਹੋ ਗਿਆ ਅੱਜ ਦੇ ਪ੍ਰਸੰਗ ਦੀ ਇੱਥੇ ਸਮਾਪਤੀ। ਇਤਿਹਾਸ ਦੀ ਵਿਚਾਰ ਕਰਦੇ ਹਾਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਆਪ ਸੰਗਤ ਗੁਰੂ ਸਾਹਿਬ ਜੀ ਬਖਸ਼ਣਹਾਰੋਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਦੇਹੋ ਸੱਜਣ ਅਸੀਸਣੀਆਂ, ਜੇ ਹੋਵੇ ਸਾਹਿਬ ਸਿਓ ਮੇਲ। ਆਓ ਸਮਾਪਤੀ ਦੀਆਂ ਪੰਕਤੀਆਂ ਸਰਵਣ ਕਰੀਏ ਜੀ। ਦੋਹਰਾ ਦਿਨ ਪੁਸ਼ਕਰ ਇਸ਼ਨਾਨ ਕੋ, ਗਏ ਲੋਕ ਸਮੁਦਾਏ। ਤਬੈ ਖਾਨ ਖਾਨਾ ਗਇਓ, ਸ਼ਾਹ ਬਹਾਦਰ ਥਾਏ। ਹੇ ਅਚੁਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਬੇਕ। ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਨ ਹਾਰ। ਹੇ ਸੰਤ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖਾ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੇ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਏਕ ਓੰਕਾਰ ਸਤਿਗੁਰ,
ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।